कतक कर्म कमावणे, दोष न काहूँ जोग। परमेश्वर ते भुलिया, व्यापन सबे रोग। वे मुख होए राम ते, लगन जन्म विजोग। खिन में कौड़े होए गए, जितड़े माया भोग। विच न कोई कर सकै, किस थैं रोवै रोज। कीता किशु न होवई, लिखिया धुर संजोग। वडभागी मेरा प्रभ मिलै, तां उतरै सब वियोग। नानक को प्रभ राख ले, मेरे साहिब बंदी मोच। कतक होवै साध संग, बिनसै सबे सोच। नानक को प्रभ राख ले, मेरे साहिब बंदी मोच। कतक होवै साध संग, बिनसै सबे सोच। वाहिगुरु जी का खालसा, वाहिगुरु जी की फतेह। परम सन्मानयोग दीन दुनी दे मालक, हलत पलत सवार देनहार सतगुरु धन गुरु ग्रंथ साहब सच्चे पातशाह महाराज, तिन्हां दी मुबारक हजूरी दे अंदर ਅੰਮ੍ਰਿਤ ਵੇਲੇ ਦੇ ਇਹਨਾਂ ਪਾਵਨ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਬੈਠ ਕੇ ਇਹਨਾਂ ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਹੀ ਬੜੇ ਪਿਆਰ ਬੜੇ ਸਤਿਕਾਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਜੀ ਪਾਸੋਂ ਆਸਾ ਜੀ ਕੀ ਵਾਰ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਜਿਸ ਪਾਵਨ ਪੌੜੀ ਦਾ ਪਾਠ ਮੈਂ ਆਪ ਸਰਬੱਤ ਸੰਗਤ ਨਾਲ ਸਾਂਝਾ ਕੀਤਾ ਹੈ, ਇਹ ਪਾਵਨ ਪੌੜੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ 12 ਮਾਹਾਂ ਦੇ ਅੰਦਰ 9 ਨੰਬਰ ਪੌੜੀ
ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 135 ਦੇ ਉੱਪਰ ਸੁਭਾਏਮਾਨ ਹੈ। ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ 12 ਮਾਹਾਂ ਬਾਣੀ ਦੇ ਅੰਦਰ ਜਿਹੜੀ ਕਿ ਰਾਗ ਤੁਖਾਰੀ ਦੇ ਵਿੱਚ ਉਹਨਾਂ ਨੇ ਦਰਜ ਕੀਤੀ ਹੈ, ਉਹਦੇ ਵਿੱਚ ਸਤਿਗੁਰੂ ਜੀ ਇੱਕ ਬੜਾ ਪਿਆਰਾ ਪੱਖ ਸਾਡੇ ਨਾਲ ਸਾਂਝਾ ਕਰਦੇ ਨੇ। ਜਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਸੀਂ ਬਾਣੀ ਪੜ੍ਹੀਏ, ਪਾਠ ਕਰੀਏ, ਤੇ ਇੱਕ ਗੱਲ ਸਾਨੂੰ ਬੜੇ ਸਹਿਜਿਆਂ ਪਤਾ ਲੱਗ ਜਾਂਦੀ ਹੈ ਕਿ ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਸਾਰੇ ਪੱਖਾਂ ਨੂੰ ਛੋਹਿਆ ਹੈ ਤੇ ਬਹੁਤ ਸਾਰੇ ਪੱਖਾਂ ਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਜੀ ਸਮਝਾਉਂਦੇ ਮਨੁੱਖੀ ਮਨ ਨੂੰ ਨੇ। ਤਾਈਓਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ ਅਸੀਂ ਇਹ ਮੁਬਾਰਕ ਬੋਲ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰ, ਆਪਣੇ ਤੱਤ ਦੀ ਵਿਚਾਰ ਕਰ, ਆਪਣੇ ਜੜ ਨੂੰ ਲੱਭ ਵੀ ਮੈਨੂੰ ਪੈਦਾ ਕਿਹਨੇ ਕੀਤਾ ਹੈ ਤੇ ਮੈਂ ਇਸ ਧਰਤੀ ਤੇ ਆਣ ਕੇ ਕਰਨਾ ਕੀ ਹੈ। ਮੈਂ ਇਸ ਧਰਤੀ ਤੇ ਆਣ ਕੇ ਕਿਹੜੇ ਕਰਮ ਕਰਨੇ ਨੇ ਜਿਨ੍ਹਾਂ ਨਾਲ ਮੈਂ ਆਪਣੇ ਗੁਰੂ ਦੇ ਨੇੜੇ ਰਹਿ ਸਕਾਂ, ਜਿਨ੍ਹਾਂ ਨਾਲ ਮੈਂ ਆਪਣੇ ਗੁਰੂ ਦੇ ਨਾਲ ਸਾਂਝ ਬਣਾ ਸਕਾਂ। ਉਹ ਕਰਮ ਕਿਹੜੇ ਨੇ? ਜਦੋਂ ਅਸੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 12 ਮਾਹਾਂ ਬਾਣੀ ਦਾ ਪਾਠ ਕਰੀਏ, ਸਤਿਗੁਰੂ ਜੀ ਨੇ ਜਦੋਂ ਵੀ ਕਿਸੇ ਮਹੀਨੇ ਦੀ ਗੱਲ ਕੀਤੀ ਹੈ, ਜਦੋਂ ਵੀ ਕਿਸੇ ਮਹੀਨੇ ਦਾ ਉਪਦੇਸ਼ ਦਿੱਤਾ ਹੈ, ਮਹਾਰਾਜ ਜੀ ਨੇ ਉਪਦੇਸ਼ ਬੰਦੇ ਨੂੰ ਕੀਤਾ ਹੈ, ਪਰ ਉਹਦੇ ਵਿੱਚ ਦੋ ਉਹਨਾਂ ਨੇ ਦ੍ਰਿਸ਼ਟਾਂਤ ਵਰਤੇ ਨੇ, ਪਤੀ ਤੇ ਪਤਨੀ ਦਾ। ਪਤਨੀ ਆਪਣੇ ਪਤੀ ਦੇ ਪਿਆਰ ਵਿੱਚ ਤੜਫਦੀ ਹੈ, ਪਤਨੀ ਆਪਣੇ ਪਤੀ ਦੇ ਪਿਆਰ ਵਿੱਚ ਵਿਲਕਦੀ ਹੈ। ਇੱਕ ਤਾਂ ਬਾਹਰੀ ਤੌਰ 'ਤੇ ਸੰਸਾਰ ਨੇ ਰਿਸ਼ਤੇ ਬਣਾਏ ਨੇ ਪਤੀ ਤੇ ਪਤਨੀ ਦੇ, ਤੇ ਇੱਕ ਰਿਸ਼ਤਾ ਹੈ ਹਰ ਇੱਕ ਸਿੱਖ ਦਾ ਗੁਰੂ ਦੇ ਨਾਲ। ਪਰਮਾਤਮਾ ਸਾਰਿਆਂ ਦਾ ਪਤੀ ਹੈ, ਤੇ ਜਿੰਨੇ ਵੀ ਇਸ ਧਰਤੀ 'ਤੇ ਅਸੀਂ ਮਨੁੱਖ ਹਾਂ, ਅਸੀਂ ਸਾਰੇ ਹੀ ਉਸ ਪਰਮਾਤਮਾ ਦੀਆਂ ਜੀਵ ਇਸਤਰੀਆਂ ਹਾਂ। ਸਤਿਗੁਰੂ ਨੇ ਬਾਣੀ ਵਿੱਚ ਇਹ ਬੋਲ ਸਾਡੇ ਨਾਲ ਸਾਂਝੇ ਕੀਤੇ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਜਗਤ ਵਿੱਚ ਇੱਕੋ ਹੀ ਇੱਕ ਪੁਰਖ ਹੈ, ਉਹ ਹੈ ਵਾਹਿਗੁਰੂ ਅਕਾਲ ਪੁਰਖ। ਬਾਕੀ ਸਾਰੀਆਂ ਹੀ ਇਸ ਧਰਤੀ 'ਤੇ ਉਹਦੀਆਂ ਜੀਵ ਇਸਤਰੀਆਂ ਨੇ। ਤੇ ਜਦੋਂ ਮਹਾਰਾਜ ਨੇ ਬਾਣੀ ਵਿੱਚ ਇਸ ਪੱਖ ਨੂੰ ਬਿਆਨ ਕੀਤਾ, ਸਤਿਗੁਰੂ ਕਹਿੰਦੇ ਨੇ, ਜਿਹੜੀਆਂ ਧਰਤੀ 'ਤੇ ਜੀਵ ਇਸਤਰੀਆਂ ਨੇ ਉਹ ਆਪਣੇ ਪਤੀ ਦੇ ਪ੍ਰੇਮ ਨੂੰ ਪਾਉਣ ਵਾਸਤੇ ਵਿਲਕ ਰਹੀਆਂ ਨੇ। ਇਸ ਧਰਤੀ 'ਤੇ ਪਹੁੰਚੀਆਂ ਹੋਈਆਂ ਜੀਵ ਇਸਤਰੀਆਂ ਆਪਣੇ ਪਤੀ ਦੇ ਪਿਆਰ ਤੋਂ ਖੁੰਝੀਆਂ ਹੋਈਆਂ ਨੇ। ਤੇ ਪਤੀ ਦਾ ਪਿਆਰ ਪਾਇਆ ਕਿੱਦਾਂ ਜਾਏ? ਪਤੀ ਨੂੰ ਖੁਸ਼ ਕਰਕੇ। ਤੇ ਵਾਹਿਗੁਰੂ ਅਕਾਲ ਪੁਰਖ ਜਿਹੜਾ ਸਾਡੇ ਸਾਰਿਆਂ ਦਾ ਪਤੀ ਹੈ, ਉਹਨੇ ਖੁਸ਼ ਕਿੱਦਾਂ ਹੋਣਾ? ਉਹਦੇ ਗੁਣਾਂ ਨਾਲ ਸਾਂਝ ਬਣਾ ਕੇ। ਜਦੋਂ ਅਸੀਂ ਦੁਨਿਆਵੀ ਤੌਰ 'ਤੇ ਵੀ ਵੇਖੀਏ, ਪਤੀ ਪਤਨੀ ਦਾ ਰਿਸ਼ਤਾ ਤਾਂ ਹੀ ਨਿਭ ਸਕਦਾ ਜੇ ਉਹਦੇ ਵਿੱਚ ਸੱਚਾਈ ਹੋਵੇ, ਜੇ ਉਹਦੇ ਵਿੱਚ ਇਮਾਨਦਾਰੀ ਹੋਵੇ, ਉਹਦੇ ਵਿੱਚ ਸੰਤੋਖ ਹੋਵੇ, ਉਹਨਾਂ ਦੇ ਗੁਣਾਂ ਦੀ ਇੱਕ ਦੂਜੇ ਦੇ ਨਾਲ ਸਾਂਝ ਰਲਦੀ ਹੋਵੇ, ਤਾਂ ਹੀ ਰਿਸ਼ਤੇ ਕਾਮਯਾਬ ਹੋ ਸਕਦੇ ਨੇ ਨਾ। ਤੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੇ ਕਿਸੇ ਨੇ ਰਿਸ਼ਤਾ ਕਾਇਮ ਕਰਨਾ ਹੋਵੇ ਤੇ ਉਹਦੇ ਵਾਸਤੇ ਉਹਦੇ ਬਰਾਬਰ ਦਾ ਤੁਹਾਨੂੰ ਹੋਣਾ ਪਏਗਾ। ਉਹਦੇ ਵਾਸਤੇ ਉਹਦੇ ਨਾਲ ਉਹਦੇ ਗੁਣਾਂ ਦੀ ਸਾਂਝ ਪੈਦਾ ਕਰਨੀ ਪਏਗੀ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੱਤਕ ਦੇ ਮਹੀਨੇ ਦਾ ਆਧਾਰ ਬਣਾ ਕੇ ਸਾਨੂੰ ਸਮਝਾਉਂਦੇ ਨੇ। ਕਹਿੰਦੇ, ਕੱਤਕ ਕਿਰਤ ਭਇਆ ਜੋ ਪ੍ਰਭ ਭਾਇਆ। ਮਹੀਨਾ ਉਹਨਾਂ ਨੇ ਕੱਤਕ ਦਾ ਵਰਤਿਆ ਤੇ ਉਦਾਹਰਨ ਉਹਨਾਂ ਨੇ ਬਾਹਰਲੀ ਵਰਤੀ। ਹੁਣ ਤੁਸੀਂ ਵੇਖੋ, ਜਦੋਂ ਕੱਤਕ ਦਾ ਸਾਧ ਸੰਗਤ ਮਹੀਨਾ ਆਉਂਦਾ ਹੈ, ਉਸ ਵਕਤ ਕਿਸਾਨ ਦੀ ਫਸਲ ਪੱਕਦੀ ਹੈ। ਆ ਹੁਣ ਤੁਸੀਂ ਬਾਹਰੀ ਤੌਰ 'ਤੇ ਵੇਖੋ, ਝੋਨੇ ਦੀ ਫਸਲ ਕਿਸਾਨ ਦੇ ਕੋਲ ਆਈ ਹੈ, ਮੱਕੀ ਦੀ ਫਸਲ ਆਉਂਦੀ ਹੈ, ਬਾਜਰੇ ਦੀ ਫਸਲ ਆਉਂਦੀ ਹੈ, ਤੇ ਕਿਸਾਨ ਦੇ ਕੋਲ 4 ਪੈਸੇ ਆਉਂਦੇ ਨੇ। ਕਿਸਾਨ ਆਪਣੀ ਜੇਬ ਦੇ ਵਿੱਚ 4 ਪੈਸੇ ਪਾਉਂਦਾ ਹੈ, ਜਿਹਦੇ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹੈ।
ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਨਾਲ ਮਨ ਵਿੱਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਤੈਨੂੰ ਮਿਲ ਜਾਂਦੇ ਨੇ। ਜਦੋਂ ਬਾਹਰੀ ਤੌਰ ਤੇ ਕੱਤਕ ਦਾ ਮਹੀਨਾ ਆਉਂਦਾ ਨਾ, ਜਿਵੇਂ ਕਿਸਾਨ ਆਪਣੀ ਫਸਲ ਮੰਡੀ ਦੇ ਵਿੱਚ ਵੇਚ ਕੇ ਤੇ ਉਹਦੇ ਪੈਸੇ ਆਪਣੇ ਜੇਬ ਦੇ ਵਿੱਚ ਪਾਉਂਦਾ ਹੈ, ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਨਾਲ ਜਦੋਂ ਬਾਹਰੀ ਤੌਰ ਤੇ ਕੱਤਕ ਦਾ ਮਹੀਨਾ ਆਉਂਦਾ ਹੈ ਤੇ ਮਨੁੱਖੀ ਮਨ ਨੂੰ ਉਪਦੇਸ਼ ਕਰਦੇ ਨੇ, ਤੇਰੇ ਵੀ ਕੀਤੇ ਹੋਏ ਸੰਸਕਾਰ ਤੇਰੇ ਕੋਲ ਪਹੁੰਚ ਜਾਂਦੇ ਨੇ, ਤੇਰੇ ਵੀ ਕੀਤੇ ਹੋਏ ਕਰਮ ਤੇਰੇ ਕੋਲ ਆ ਜਾਂਦੇ ਨੇ। ਇੱਕ ਚੀਜ਼ ਨੂੰ ਸਾਧ ਸੰਗਤ ਹਮੇਸ਼ਾ ਧਿਆਨ ਵਿੱਚ ਰੱਖਣਾ, ਜਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਗੱਲ ਕੀਤੀ ਹੈ ਨਾ ਬੰਦੇ ਦੇ ਸੰਸਕਾਰਾਂ ਦੀ, ਤੇ ਸਤਿਗੁਰੂ ਜੀ ਨੇ ਉਸ ਗੱਲ ਦਾ ਨਾਲ ਹੀ ਫੈਸਲਾ ਕਰ ਦਿੱਤਾ ਵੀ ਬੰਦਿਆ, ਜਿਹੋ ਜੇ ਤੂੰ ਦੁਨੀਆ ਦੇ ਸੰਸਕਾਰ ਕਰੇਗਾ ਤੈਨੂੰ ਉਹੋ ਜਿਹਾ ਹੀ ਉਹਨਾਂ ਸੰਸਕਾਰਾਂ ਦਾ ਫਲ ਪ੍ਰਾਪਤ ਹੋ ਜਾਏਗਾ। ਬੱਚਾ ਹੈ ਨਾ, ਪੜ੍ਹਾਈ ਪੜ੍ਹਦਾ ਹੈ, ਪੜ੍ਹਾਈ ਪੜ੍ਹਨ ਤੋਂ ਬਾਅਦ 'ਚ ਉਹ ਆਪਣੇ ਸੰਸਕਾਰ ਤਿਆਰ ਕਰਦਾ ਹੈ ਤੇ ਉਹੋ ਜਿਹਾ ਹੀ ਉਹਨੂੰ ਫਲ ਮਿਲਦਾ ਹੈ। ਇਹ ਸੱਚਾਈ ਹੈ। ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਅਣਹੋਣੀ ਘਟਨਾ ਵਾਪਰ ਜਾਏ ਤੇ ਸਾਡੀ ਆਮ ਬੋਲਚਾਲ ਦੇ ਵਿੱਚ ਸ਼ਬਦ ਹੁੰਦੇ ਨੇ, ਬੜਾ ਮਾੜਾ ਹੋਇਆ, ਬੜਾ ਧੱਕਾ ਕੀਤਾ ਰੱਬ ਨੇ, ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਲੋੜਾ ਮਾਰ ਦਿੱਤਾ ਰੱਬ ਨੇ। ਪਰ ਜਦੋਂ ਅਸੀਂ ਇਸੇ ਪੈਟਰਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪੜ੍ਹੀਏ, ਮਹਾਰਾਜ ਕਹਿੰਦੇ ਨੇ ਮਾੜਾ ਨਹੀਂ ਰੱਬ ਕਿਸੇ ਦੇ ਨਾਲ ਕਰਦਾ, ਕਿਉਂਕਿ ਰੱਬ ਤਾਂ ਹੈ ਹੀ ਨਿਰਵੈਰ ਹੈ। ਜਿਹੋ ਜਿਹੇ ਮਨੁੱਖ ਨੇ ਦੁਨੀਆ 'ਤੇ ਆਣ ਕੇ ਸੰਸਕਾਰ ਕੀਤੇ ਨੇ, ਉਹੋ ਜਿਹਾ ਹੀ ਮਨੁੱਖ ਨੂੰ ਉਹਨਾਂ ਸੰਸਕਾਰਾਂ ਦਾ ਨਤੀਜਾ, ਉਹੋ ਜਿਹਾ ਹੀ ਉਹਨਾਂ ਸੰਸਕਾਰਾਂ ਦਾ ਰਿਜ਼ਲਟ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੱਤਕ ਕਿਰਤ ਭਇਆ ਜੋ ਪ੍ਰਭ ਪਾਇਆ। ਕਿਰਤ ਦਾ ਮਤਲਬ ਹੁੰਦਾ ਹੈ ਜਿਹੜੇ ਬੰਦਾ ਦੁਨੀਆ 'ਤੇ ਆਣ ਕੇ ਕਰਮ ਕਰਦਾ, ਜਿਹੋ ਜਿਹੀ ਕਿਰਤ ਕਰਦਾ ਹੈ। ਬਾਹਰੀ ਤੌਰ 'ਤੇ ਕਿਸਾਨ ਨੇ ਫਸਲ ਇਕੱਠੀ ਕੀਤੀ ਤੇ ਮੰਡੀ 'ਚ ਜਾ ਕੇ ਵੇਚ ਆਇਆ, ਜੋ ਕੁਝ ਉਹਨੇ ਖੱਟਿਆ ਉਹਨੂੰ ਆਪਣੀ ਜੇਬ ਦੇ ਵਿੱਚ ਪਾ ਲਿਆ। ਸਤਿਗੁਰੂ ਜੀ ਕਹਿੰਦੇ ਨੇ ਇਸ ਮਨੁੱਖ ਨੇ ਵੀ ਇਸ ਸੰਸਾਰ ਵਿੱਚ ਆਣ ਕੇ ਜਿਹੜੇ ਕਰਮ ਕੀਤੇ ਉਹਨਾਂ ਕਰਮਾਂ ਦਾ ਫਲ ਇਹਨੇ ਪ੍ਰਾਪਤ ਕਰ ਲਿਆ। ਮਨ ਨੇ ਜੋ ਕੁਝ ਬਾਹਰੀ ਤੌਰ 'ਤੇ ਇਕੱਠਾ ਕੀਤਾ, ਮਨ ਨੇ ਜੋ ਕੁਝ ਬਾਹਰੀ ਤੌਰ 'ਤੇ ਆਪਣੇ ਕੋਲ ਸੇਵ ਕੀਤਾ, ਉਹਦਾ ਸਾਰਾ ਰਿਜ਼ਲਟ, ਉਹਦਾ ਸਾਰਾ ਨਤੀਜਾ ਉਹਨੂੰ ਇੱਥੇ ਹੀ ਪ੍ਰਾਪਤ ਹੋਏਗਾ। ਹੁਣ ਉਦਾਹਰਨ ਬਾਹਰੀ ਤੌਰ 'ਤੇ ਸਤਿਗੁਰੂ ਨੇ ਇੱਕ ਕਿਸਾਨ ਦੀ ਵਰਤੀ, ਪਰ ਸਮਝਾਇਆ ਇੱਥੇ ਵੀ ਬੰਦੇ ਨੂੰ ਹੈ, ਮਨੁੱਖੀ ਮਨ ਨੂੰ ਹੈ ਵੀ ਬੰਦਿਆ, ਜੋ ਕੁਝ ਤੂੰ ਸੰਸਾਰ ਵਿੱਚ ਆਣ ਕੇ ਕਰਦਾ ਹੈ ਨਾ, ਤੇਰਾ ਮਨ ਜੋ ਕੁਝ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਕੱਠਾ ਕਰਦਾ ਹੈ, ਉਹਦੇ ਵਿੱਚੋਂ ਤੇਰਾ ਪਰਿਵਾਰ ਵੀ ਉਹੋ ਜਿਹਾ ਹੀ ਪੈਦਾ ਹੋਏਗਾ। ਜੇ ਤੇਰਾ ਮਨ ਸਤ, ਸੰਤੋਖ, ਦਇਆ, ਧਰਮ, ਧੀਰਜ ਇਹਨਾਂ ਗੁਣਾਂ ਨੂੰ ਇਕੱਠਾ ਕਰਦਾ ਹੈ, ਉਹਦੇ ਵਿੱਚੋਂ ਵੀ ਤੇਰਾ ਪਰਿਵਾਰ ਉਹੋ ਜਿਹਾ ਪੈਦਾ ਹੋਏਗਾ। ਇਹ ਤਾਂ ਬਾਣੀ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਐਹ ਕਰ ਕਰੇ ਸੋ ਐਹ ਕਰ ਪਾਏ। ਬੰਦੇ ਦੀ ਤਕਦੀਰ ਤੇ ਕਿਸਮਤ ਦਾ ਫੈਸਲਾ ਉਹਦੇ ਹੱਥ 'ਚ ਹੈ। ਜਿਹੜਾ ਮਨੁੱਖ ਇੱਕ ਹੱਥ ਨਾਲ ਕੋਈ ਕਰਮ ਕਰਦਾ ਹੈ ਤੇ ਦੂਜੇ ਹੱਥ ਨਾਲ ਉਸ ਕਰਮ ਦਾ ਨਤੀਜਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਸੱਚਾਈ ਹੈ। ਸਤਿਗੁਰੂ ਕਹਿੰਦੇ ਨੇ ਦੀਪਕ ਸਹਿਜ ਬਲੈ ਤਤ ਜਲਾਇਆ। ਉਹਦੇ ਹਿਰਦੇ ਦੇ ਵਿੱਚ ਫਿਰ ਇੱਕ ਦੀਵਾ ਜਗਦਾ ਹੈ। ਇੱਕ ਦੀਵਾ ਬਾਹਰੀ ਤੌਰ 'ਤੇ ਜਗਾਇਆ ਜਾਂਦਾ ਹੈ। ਹੁਣ ਦੀਵੇ ਦਾ ਸੰਬੰਧ ਵੈਸੇ ਕੱਤਕ ਦੇ ਮਹੀਨੇ ਨਾਲ ਬੜਾ ਡੂੰਘਾ ਹੈ। ਇਸੇ ਕੱਤਕ ਦੇ ਮਹੀਨੇ ਦੇ ਵਿੱਚ ਦੀਵਾਲੀ ਆਉਂਦੀ ਹੈ, ਜਿਹਨੂੰ ਦੀਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਕੱਤਕ ਦੇ ਮਹੀਨੇ ਦੇ ਵਿੱਚ ਦੀਵਾਲੀ ਆਉਂਦੀ ਹੈ, ਜਿਹਨੂੰ ਦੀਵਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਦੀਵਾਲੀ ਵਾਲੀ ਰਾਤ ਨੂੰ ਦੀਵਾ ਜਗਾਉਂਦੇ ਨੇ ਤੇ ਦੀਵਾ ਜਗਾ ਕੇ ਬਹੁਤ ਸਾਰੇ ਲੋਕ ਕਾਮਨਾ ਇਸ ਗੱਲ ਦੀ ਕਰਦੇ ਨੇ ਵੀ ਸ਼ਾਇਦ ਸਾਡੇ ਘਰ ਦੇ ਵਿੱਚ ਲక్ష్ਮੀ ਆ ਜਾਏ। ਵੈਸੇ ਸਾਧ ਸੰਗਤ ਇੱਕ ਬੇਨਤੀ ਮੈਂ ਇੱਥੇ ਥੋੜ੍ਹੀ ਜਿਹੀ ਆਪ ਜੀ ਨਾਲ ਸਾਂਝੀ ਕਰਦੇ ਹਾਂ। ਦੀਵਾਲੀ ਦਾ ਸੰਬੰਧ ਇਤਿਹਾਸਕ ਤੌਰ 'ਤੇ ਜਿਹੜਾ ਕਿ ਸਾਨੂੰ ਸਾਡੀਆਂ ਪੁਰਾਤਨ ਰਵਾਇਤਾਂ ਵਿੱਚੋਂ ਮਿਲਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋ ਕੇ ਸਤਿਗੁਰੂ ਜੀ ਪਹੁੰਚੇ ਸਨ ਅੰਮ੍ਰਿਤਸਰ ਦਰਬਾਰ ਸਾਹਿਬ। ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਸਿੱਖਾਂ ਨੇ, ਜਦੋਂ ਸਤਿਗੁਰੂ ਜੀ ਦਰਬਾਰ ਸਾਹਿਬ ਪਹੁੰਚੇ, ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਸਿੱਖਾਂ ਨੇ ਦੀਪਮਾਲਾ ਕੀਤੀ। ਇਹਦਾ ਇੱਕ ਸਾਡੀ ਰਵਾਇਤ ਨਾਲ ਬੜਾ ਪੁਰਾਣਾ ਸੰਬੰਧ ਹੈ। ਪਰ ਜਦੋਂ ਅਸੀਂ ਇਹਦੋਂ ਵੀ ਪਿੱਛੋਂ ਜਾਈਏ ਤੇ ਇਹਦੇ ਵੀ ਪਿੱਛੋਂ ਸੰਬੰਧ ਸੀ ਰਾਮਚੰਦਰ ਦੀਵਾਲੀ ਵਾਲੇ ਦਿਨ ਅਯੁੱਧਿਆ ਦੇ ਵਿੱਚੋਂ ਬਨਵਾਸ ਕੱਟ ਕੇ ਤੇ ਅਯੁੱਧਿਆ 'ਚ ਵਾਪਸ ਆਏ ਸਨ। ਬਨਵਾਸ ਕੱਟ ਕੇ ਅਯੁੱਧਿਆ ਦੀ ਧਰਤੀ 'ਤੇ ਵਾਪਸ ਆਏ ਸਨ, ਜਿਨ੍ਹਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ
ਅਯੁੱਧਿਆ ਦੇ ਲੋਕਾਂ ਨੇ ਦੀਪਮਾਲਾ ਕੀਤੀ ਸੀ, ਜਿਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਸ਼ਗਨ ਕੀਤੇ ਸਨ। ਅਸਲ 'ਚ ਜਿਹੜਾ ਦੀਵਾ ਹੈ ਨਾ, ਦੀਵਾ ਇਹਦਾ ਸੰਬੰਧ ਖੁਸ਼ੀ ਦੇ ਨਾਲ ਹੈ। ਜਿਹੜੀ ਦੀਵੇ ਦੀ ਰੌਸ਼ਨੀ ਹੈ ਇਹਦਾ ਸੰਬੰਧ ਖੁਸ਼ੀ ਨਾਲ ਹੈ। ਲੋਕ ਇਹ ਗੱਲ ਕਹਿੰਦੇ ਸਨ ਵੀ ਜਿਸ ਦਿਨ ਰਾਮਚੰਦਰ ਆਇਆ ਤੇ ਲੋਕਾਂ ਨੇ ਦੀਵੇ ਜਗਾਏ ਤੇ ਉਸ ਦਿਨ ਤੋਂ ਦੀਵਾਲੀ ਦਾ ਤਿਉਹਾਰ ਪ੍ਰਸਿੱਧ ਹੋ ਗਿਆ। ਪਰ ਇਸ ਤਰ੍ਹਾਂ ਨਹੀਂ ਸੀ। ਜਿਸ ਦਿਨ ਬੰਦੇ ਨੂੰ ਖੁਸ਼ੀ ਹੋਈ, ਬੰਦੇ ਨੇ ਪਹਿਲੀ ਵਾਰ ਦੀਵੇ ਦਾ ਚਾਨਣ ਰਾਤ ਦੇ ਹਨੇਰੇ ਵਿੱਚ ਕੀਤਾ, ਬੰਦੇ ਨੇ ਉਸ ਦਿਨ ਤੋਂ ਦੀਵੇ ਦੇ ਨਾਲ ਖੁਸ਼ੀ ਦਾ ਸੰਬੰਧ ਜੋੜ ਲਿਆ। ਇਹ ਨਹੀਂ ਵੀ ਰਾਮਚੰਦਰ ਦੇ ਆਉਣ ਦੇ ਨਾਲ ਦੀਵਾ ਜਗਾਇਆ ਤੇ ਲੋਕਾਂ ਨੇ ਖੁਸ਼ੀ ਕੀਤੀ। ਦੀਵਿਆਂ ਦਾ ਸੰਬੰਧ ਬੜਾ ਪੁਰਾਣਾ ਤੁਰਿਆ ਆ ਰਿਹਾ ਹੈ। ਅੱਜ ਵੀ ਜਦੋਂ ਸਾਡੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਤੇ ਅਸੀਂ ਘਰ ਦੇ ਵਿੱਚ ਲਾਈਟਾਂ ਲਗਾਉਂਦੇ ਹਾਂ, ਘਰ ਨੂੰ ਸਾਰੇ ਨੂੰ ਰੁਸ਼ਨਾਇਆ ਜਾਂਦਾ ਹੈ। ਇਹਦਾ ਮਤਲਬ ਚਾਨਣ ਦਾ ਸੰਬੰਧ ਬੰਦੇ ਦਾ ਖੁਸ਼ੀ ਦੇ ਨਾਲ ਹੈ। ਖੁਸ਼ੀ ਜਿਹੜੀ ਇਸ ਚੀਜ਼ ਦੇ ਨਾਲ ਜੁੜੀ ਹੋਈ ਹੈ। ਜਦੋਂ ਹੁਣ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤੇ ਦੀਵਾਲੀ ਦੇ ਤਿਉਹਾਰ 'ਤੇ ਸਾਡੇ ਲੋਕ ਦੀਵੇ ਜਗਾਉਂਦੇ ਨੇ। ਇੱਕ ਤਾਂ ਇਹਦੇ ਨਾਲ ਸਾਡਾ ਇਤਿਹਾਸਕ ਪੱਖ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵਾਪਸ ਆਏ ਸਨ। ਕੁਝ ਇਤਿਹਾਸਕ ਤਰੀਕਾਂ ਇਹਦੇ ਨਾਲ ਵੈਸੇ ਮਤਭੇਦ ਵੀ ਰੱਖਦੀਆਂ ਨੇ, ਪਰ ਬਹੁ ਗਿਣਤੀ ਇਸ ਗੱਲ 'ਤੇ ਸਹਿਮਤ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਇੱਥੇ ਆਏ ਸਨ। ਦੂਜਾ, ਇਹਦੇ ਜਦੋਂ ਤਿਉਹਾਰ 'ਤੇ ਬਹੁਤ ਸਾਰੇ ਲੋਕ ਆਲੇ ਦੁਆਲੇ ਬਾਜ਼ਾਰਾਂ ਦੇ ਵਿੱਚ ਦੀਵੇ ਖਰੀਦ ਕੇ ਆਪਣੇ ਘਰਾਂ 'ਚ ਜਗਾਉਂਦੇ ਨੇ ਤੇ ਲੋਕ ਇਸ ਗੱਲ ਨੂੰ ਸੋਚਦੇ ਨੇ ਵੀ ਸ਼ਾਇਦ ਸਾਡੇ ਘਰ ਦੇ ਵਿੱਚ ਲక్ష్ਮੀ ਆ ਜਾਏ। ਸਿੱਖ ਨੇ ਸਾਧ ਸੰਗਤ ਕਦੀ ਲక్ష్ਮੀ ਦੀ ਪੂਜਾ ਨਹੀਂ ਕਰਨੀ, ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ। ਸਿੱਖ ਨੇ ਇੱਕ ਅਕਾਲ ਪੁਰਖ ਦਾ ਪੁਜਾਰੀ ਰਹਿਣਾ। ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹੀਏ ਤੇ ਸਿੱਖ ਰਹਿਤ ਮਰਿਆਦਾ ਵਿੱਚ ਪਹਿਲੇ ਨੰਬਰ ਪੇਜ 'ਤੇ ਸਿੱਖ ਦੀ ਤਾਰੀਫ ਲਿਖੀ ਹੋਈ ਹੈ। ਉਹਦੇ ਕਦੀ ਸ਼ਬਦ ਤੁਸੀਂ ਧਿਆਨ ਨਾਲ ਨੋਟ ਕਰਨੇ। ਜਿਹੜੀ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਛਾਪੀ ਜਾਂਦੀ ਹੈ, ਉਹਦੇ ਵਿੱਚ ਪਹਿਲੇ ਸ਼ਬਦ ਨੇ, ਕਹਿੰਦੇ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ 10 ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇਹ ਸਿੱਖ ਦੀ ਪਰਿਭਾਸ਼ਾ ਹੈ। ਸਿੱਖ ਕੌਣ ਹੈ? ਜਿਹੜਾ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੀਏ, ਸਤਿਗੁਰੂ ਨੂੰ ਪੁੱਛੀਏ ਬਾਣੀ ਮੁਤਾਬਕ ਸਿੱਖ ਕੌਣ ਹੈ। ਮਹਾਰਾਜ ਕਹਿੰਦੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ। ਉਹ ਸਿੱਖ ਉਹੋ ਹੀ ਅਸਲ ਦੇ ਵਿੱਚ ਕੁਆਲਿਟੀ ਵਾਲਾ ਸਿੱਖ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਗਿਆ। ਸੋ ਸਿੱਖ ਸਖਾ ਬੰਦਕ ਹੈ ਭਾਈ। ਜੇ ਗੁਰ ਕੈ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਆਏ। ਸਤਿਗੁਰੂ ਨੂੰ ਪੁੱਛੀਏ ਜੇ ਗੁਰੂ ਦੇ ਭਾਣੇ ਵਿੱਚ ਕੋਈ ਨਾ ਆਵੇ ਤਾਂ ਫੇਰ, ਜੇ ਮੰਨ ਲਓ ਕੁਛ ਆਪਣੇ ਆਪ ਨੂੰ ਕਹਿੰਦਾ ਸਿੱਖ ਹੋਵੇ, 5 ਕਕਾਰੀ ਵਰਦੀ ਧਾਰਨ ਕੀਤੀ ਹੋਵੇ ਤੇ ਗੁਰੂ ਦੇ ਭਾਣੇ ਵਿੱਚ ਨਾ ਆਵੇ, ਉਹ ਕੌਣ ਹੁੰਦਾ ਹੈ? ਮਹਾਰਾਜ ਨੇ ਇਸ ਗੱਲ ਦਾ ਜਵਾਬ ਅਗਲੀ ਪੰਕਤੀ ਵਿੱਚ ਦੇ ਦਿੱਤਾ। ਸਤਿਗੁਰੂ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਚੋਟਾਂ ਦਾ ਮਤਲਬ ਸਾਨੂੰ ਸਾਰਿਆਂ ਨੂੰ ਪਤਾ ਹੈ। ਜਿਹੜਾ ਆਪਣੇ ਭਾਣੇ ਦੇ ਵਿੱਚ ਚੱਲਦਾ ਹੈ, ਸਤਿਗੁਰੂ ਕਹਿੰਦੇ ਉਹ ਵਿਛੜ ਕੇ ਚੋਟਾਂ ਖਾਏਗਾ ਹੀ ਖਾਏਗਾ, ਰੋਕ ਨਹੀਂ ਸਕਦਾ। ਉਹ ਇੱਕ ਦਿਨ ਆਪਣੇ ਜੀਵਨ ਨੂੰ ਬਰਬਾਦ ਕਰ ਲਏਗਾ। ਆਪਣੇ ਜੀਵਨ ਨੂੰ ਬਰਬਾਦੀ ਦੇ ਕੰਢੇ 'ਤੇ ਉਹ ਆਪ ਧੱਕੇਗਾ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੀਪਕ ਸਹਿਜ ਬਲੈ। ਜਦੋਂ ਬਾਹਰੀ ਤੌਰ 'ਤੇ ਜਿਹੜੇ ਮਨ ਦੇ ਕੀਤੇ ਹੋਏ ਸੰਸਕਾਰ ਨੇ, ਬੰਦੇ ਨੇ ਉਹਨਾਂ ਸੰਸਕਾਰਾਂ ਨੂੰ ਇਕੱਠੀਆਂ ਕੀਤਾ। ਉਹਨਾਂ ਸੰਸਕਾਰਾਂ ਨੂੰ ਇਕੱਠੀਆਂ ਕਰਨ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ ਆਤਮਿਕ ਜੀਵਨ ਦੀ ਸੂਝ ਦੇਣ ਵਾਲਾ ਦੀਵਾ ਤੂੰ ਆਪਣੇ ਜੀਵਨ ਦੇ ਵਿੱਚ ਜਗਾਉਣਾ ਹੈ, ਜਿਹੜਾ ਤੈਨੂੰ ਤੇਰੇ ਜੀਵਨ ਦੇ ਵਿੱਚ ਚਾਨਣ ਬਖਸ਼ੇ। ਹੁਣ ਦੀਵੇ ਦਾ ਸੰਬੰਧ ਚਾਨਣ ਨਾਲ ਹੈ ਤੇ ਬੰਦਾ ਰਾਤ ਨੂੰ ਦੀਵਾ ਕਿਉਂ ਜਗਾਉਂਦਾ ਹੈ? ਰਾਤ ਨੂੰ ਲਾਈਟ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਬੰਦਾ ਕਿਤੇ ਹਨੇਰੇ ਦੇ ਵਿੱਚ ਠੋਕਰ ਨਾ ਖਾਏ। ਤੇ ਹਨੇਰੇ ਦਾ ਸੰਬੰਧ ਸਾਧ ਸੰਗਤ ਅਗਿਆਨਤਾ ਦੇ ਨਾਲ ਹੈ ਤੇ ਚਾਨਣ ਦਾ ਸੰਬੰਧ ਗਿਆਨ ਨਾਲ ਹੈ। ਇਸੇ ਕਰਕੇ ਸਤਿਗੁਰੂ ਦੀ ਬਾਣੀ ਨੇ ਆਖਿਆ ਸੀ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਜੀਵਨ ਵਿੱਚ ਘੁੱਪ ਹਨੇਰਾ ਹੈ। ਹੁਣ ਬਾਹਰੀ ਤੌਰ 'ਤੇ ਭਾਵੇਂ ਬੰਦਾ
ਹਜ਼ਾਰ ਲਾਈਟਾਂ ਲਾ ਕੇ ਬੈਠਾ ਹੋਵੇ, ਪਰ ਜੇ ਜੀਵਨ ਵਿੱਚ ਗੁਰੂ ਨਹੀਂ ਤੇ ਬੰਦੇ ਦਾ ਮਨ ਅਜੇ ਵੀ ਹਨੇਰੇ ਦੇ ਵਿੱਚ ਹੈ। ਬੰਦਾ ਅਜੇ ਵੀ ਅਗਿਆਨਤਾ ਦੇ ਵਿੱਚ ਘੁੰਮ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਦੀਪਕ ਸਹਿਜ ਬਲੈ ਤਤ ਜਲਾਇਆ। ਜਦੋਂ ਤੇਰੇ ਜੀਵਨ ਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਦਾ ਦੀਵਾ ਜਗ ਪਏਗਾ ਤੇ ਸਤਿਗੁਰੂ ਕਹਿੰਦੇ ਤਤ ਜਲਾਇਆ, ਪ੍ਰਭੂ ਨਾਲ ਡੂੰਘੀ ਜਾਣ ਪਛਾਣ ਦਾ ਦੀਵਾ ਜਦੋਂ ਤੇਰੇ ਜੀਵਨ ਦੇ ਵਿੱਚ ਜਗ ਜਾਏਗਾ, ਉਸ ਤੋਂ ਬਾਅਦ ਕਹਿੰਦੇ ਤੇਰੇ ਜੀਵਨ ਦੇ ਵਿੱਚ ਚਾਨਣ ਹੋ ਜਾਏਗਾ। ਉਸ ਤੋਂ ਬਾਅਦ ਤੇਰੇ ਜੀਵਨ ਦੇ ਵਿੱਚ ਰੌਸ਼ਨੀ ਆ ਜਾਏਗੀ। ਉਸ ਤੋਂ ਬਾਅਦ ਜਿਹੜਾ ਤੇਰਾ ਜੀਵਨ ਹੈ ਉਹ ਜਗਮਗਾ ਉਠੇਗਾ। ਇਹ ਹੈ ਜੀਵਨ ਦਾ ਅਸਲੀ ਪੰਧ, ਇਹ ਹੈ ਜੀਵਨ ਦੀ ਸਿਖਰ। ਮਹਾਰਾਜ ਕਹਿੰਦੇ ਨੇ ਦੀਪਕ ਰਸ ਤੇਲੋ। ਜਦੋਂ ਜੀਵ ਇਸਤਰੀ ਦਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਜਦੋਂ ਇਹ ਜੀਵ ਇਸਤਰੀ ਪ੍ਰਭੂ ਦੇ ਨਾਲ, ਅਕਾਲ ਪੁਰਖ ਨਾਲ, ਵਾਹਿਗੁਰੂ ਨਾਲ, ਪਤੀ ਪਰਮੇਸ਼ਰ ਦੇ ਨਾਲ ਜਾ ਕੇ ਮਿਲ ਜਾਂਦੀ ਹੈ, ਕਹਿੰਦੇ ਉਸ ਵਕਤ ਉਹਦੇ ਅੰਦਰ ਆਤਮਿਕ ਸੂਝ ਦੇਣ ਵਾਲੇ ਚਾਨਣ ਦਾ ਆਨੰਦ ਪੈਦਾ ਹੁੰਦਾ ਹੈ, ਜਿਹੜਾ ਉਹਨੂੰ ਉਹਦੇ ਜੀਵਨ ਦੇ ਵਿੱਚ ਸਹੀ ਦਿਸ਼ਾ ਦਿੰਦਾ ਹੈ। ਅੱਛਾ, ਜਦੋਂ ਅਸੀਂ ਦੁਨਿਆਵੀ ਤੌਰ 'ਤੇ ਦੇਖਦੇ ਹਾਂ, ਦੁਨਿਆਵੀ ਤੌਰ 'ਤੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਕਿਉਂ ਆਉਂਦੀਆਂ ਨੇ ਭਲਾ? ਕਿਉਂਕਿ ਮਨ ਇੱਕ ਦੂਜੇ ਨਾਲ ਨਹੀਂ ਰਲਦਾ। ਮਨ ਨਹੀਂ, ਕਈ ਵਾਰੀ ਪਿਓ ਪੁੱਤਰ ਦਾ ਇੱਕ ਦੂਜੇ ਨਾਲ ਝਗੜਾ ਹੋ ਜਾਂਦਾ। ਕਿਉਂ ਹੁੰਦਾ? ਮਨ ਇੱਕ ਦੂਜੇ ਨਾਲ ਨਹੀਂ ਰਲਦਾ, ਵਿਚਾਰਾਂ ਦੇ ਵਖਰੇਵੇਂ ਨੇ। ਅਤੇ ਕਈ ਵਾਰੀ ਪਤੀ ਪਤਨੀ ਦਾ ਇੱਕ ਦੂਜੇ ਦੇ ਨਾਲ ਸੁਭਾਅ ਨਹੀਂ ਰਲਦਾ, ਉੱਥੇ ਵੀ ਖੜੋਤ ਆ ਜਾਂਦੀ ਹੈ। ਕਿਉਂ ਆਉਂਦੀ ਹੈ ਭਲਾ? ਕਿਉਂਕਿ ਵਿਚਾਰਾਂ ਦੇ ਵਖਰੇਵੇਂ ਨੇ। ਇੱਕ ਕੋਈ ਹੋਰ ਵਿਚਾਰ ਕਿਸੇ ਤਰੀਕੇ ਨਾਲ ਸੋਚਦਾ, ਦੂਜਾ ਉਸੇ ਵਿਚਾਰ ਨੂੰ ਕਿਸੇ ਹੋਰ ਤਰੀਕੇ ਨਾਲ ਸੋਚਦਾ ਹੈ। ਅੱਛਾ, ਸੰਸਾਰ ਦੇ ਵਿੱਚ ਬੰਦੇ ਨੇ ਸਾਂਝ ਕਾਹਦੀ ਕਰਨੀ ਹੈ ਭਲਾ? ਗੁਣਾਂ ਦੀ। ਸਾਂਝ ਕਾਹਦੀ ਕਰਨੀ ਹੈ? ਗੁਣਾਂ ਦੀ। ਮੈਂ ਰਾਤ ਦੇ ਦੀਵਾਨ ਵਿੱਚ ਵੀ ਕੱਲ੍ਹ ਬੇਨਤੀ ਕੀਤੀ ਸੀ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਆਖਿਆ ਸੀ, ਬੰਦਿਆ ਜੀਵਨ ਵਿੱਚ ਭਗਤੀ ਕਰਨੀ ਹੈ ਨਾ, ਭਗਤੀ ਅਤੇ ਗੁਣਾਂ ਦੀ ਭਗਤੀ ਜੀਵਨ ਵਿੱਚ ਪ੍ਰਵਾਨ ਹੈ। ਗੁਣਾਂ ਤੋਂ ਇਲਾਵਾ ਦੂਜੀ ਕੋਈ ਭਗਤੀ ਪ੍ਰਵਾਨ ਨਹੀਂ। ਗੁਣਾਂ ਦੀ ਭਗਤੀ ਨੂੰ ਜੀਵਨ ਵਿੱਚ ਧਾਰਨ ਕਰ। ਸੰਸਾਰ ਇੱਕ ਦੂਜੇ ਨਾਲ ਤਾਂ ਹੀ ਬੱਝ ਪਾਏਗਾ ਜੇ ਹਰ ਇੱਕ ਦੇ ਜੀਵਨ ਵਿੱਚ ਗੁਣ ਹੋਣਗੇ। ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਹਰ ਇੱਕ ਵਾਸਤੇ ਲਾਜ਼ਮੀ ਨੇ। ਭਾਵੇਂ ਕੋਈ ਪੰਜਾਬੀ ਬੋਲਦਾ, ਭਾਵੇਂ ਨਹੀਂ ਬੋਲਦਾ, ਭਾਵੇਂ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਆਉਂਦਾ, ਭਾਵੇਂ ਨਹੀਂ ਆਉਂਦਾ। ਇਮਾਨਦਾਰੀ ਹਰ ਇੱਕ ਬੰਦੇ ਵਾਸਤੇ ਲਾਜ਼ਮੀ ਹੈ। ਸੰਤੋਖ ਹਰ ਇੱਕ ਬੰਦੇ ਵਾਸਤੇ ਲਾਜ਼ਮੀ ਹੈ, ਭਾਵੇਂ ਉਹ ਬੰਦਾ ਦਿਹਾੜੀ ਕਰਦਾ ਅਤੇ ਭਾਵੇਂ ਉਹ ਬੰਦਾ ਕਿਸੇ ਬਹੁਤ ਉੱਚੇ ਅਹੁਦੇ 'ਤੇ ਬੈਠਿਆ ਹੋਇਆ ਹੈ। ਸੰਤੋਖ ਹਰ ਇੱਕ ਵਾਸਤੇ ਲਾਜ਼ਮੀ ਹੈ। ਸਤਿਗੁਰੂ ਕਹਿੰਦੇ ਨੇ ਦੀਪਕ ਰਸ ਪੇਲੋ, ਧਨ ਪਿਰ ਮੇਲੋ, ਧਨ ਉਮਾਹੈ ਸਰਸੀ। ਕਹਿੰਦੇ ਜਦੋਂ ਉਹਦੇ ਜੀਵਨ ਵਿੱਚ ਆਤਮਿਕ ਸੂਝ ਦੇਣ ਵਾਲਾ ਦੀਵਾ ਜਗਦਾ ਹੈ ਅਤੇ ਮਾਨੋ ਦੀਵੇ ਵਿੱਚ ਤੇਲ ਬਲ ਰਿਹਾ ਹੈ ਅਤੇ ਜੀਵ ਇਸਤਰੀ ਜਿਹੜੀ ਹੈ ਉਹ ਉਤਸ਼ਾਹ ਦੇ ਨਾਲ ਆਨੰਦ ਭਰੇ ਮਾਹੌਲ ਦੇ ਵਿੱਚ ਵਿਚਰ ਰਹੀ ਹੈ। ਜਦੋਂ ਦੀਵਾ ਜਗਦਾ ਹੈ, ਚਾਨਣ ਹੁੰਦਾ ਹੈ, ਸੋਝੀ ਆਉਂਦੀ ਹੈ ਬੰਦੇ ਨੂੰ ਜੀਵਨ ਵਿੱਚ। ਇਸ ਚਾਨਣ ਦੇ ਨਾਲ, ਇਸ ਦੀਵੇ ਜਗਣ ਦੀ ਪ੍ਰਕਿਰਿਆ ਦੇ ਨਾਲ ਜੀਵ ਇਸਤਰੀ ਆਪਣੇ ਪਤੀ ਦੇ ਪਿਆਰ ਵਿੱਚ ਉਛਾਲੇ ਮਾਰਦੀ ਹੈ। ਭਾਵ ਉਹਨੂੰ ਵਾਹਿਗੁਰੂ ਅਕਾਲ ਪੁਰਖ ਨੇੜੇ ਦਿਸਦਾ ਹੈ। ਇੱਕ ਹੋਰ ਬੜਾ ਪਿਆਰਾ ਪੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲਦਾ ਹੈ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ ਸਾਧ ਸੰਗਤ, ਇਹ ਦੁੱਖਾਂ ਦਾ ਮਾਨੋ ਸੰਸਾਰ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਚੀਜ਼ ਨੂੰ ਬੜੀ ਗੌਰ ਨਾਲ ਵੇਖਦੇ ਨੇ, ਬੜੇ ਧਿਆਨ ਨਾਲ ਵੇਖਦੇ ਨੇ। ਉਹਦੇ ਵਿੱਚ ਉਹਨਾਂ ਨੇ ਇੱਕ ਦੀਵੇ ਦੀ ਉਦਾਹਰਨ ਵਰਤੀ। ਸਤਿਗੁਰੂ ਕਹਿੰਦੇ ਦੀਵਾ ਮੇਰਾ ਏਕ ਨਾਮ। ਲੋਕ ਦੀਵਾ ਕਿਉਂ ਜਗਾਉਂਦੇ ਸਨ? ਇੱਕ ਤਾਂ ਦੀਵਾ ਉਦੋਂ ਜਗਾਇਆ ਜਾਂਦਾ ਜਦੋਂ ਖੁਸ਼ੀ ਦਾ ਮਾਹੌਲ ਹੋਵੇ, ਦੂਜਾ ਦੀਵਾ ਉਦੋਂ ਜਗਾਇਆ ਜਾਂਦਾ ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਵੇ। ਬ੍ਰਾਹਮਣ ਕਹਿੰਦਾ ਸੀ ਜਿੰਨੇ ਦਿਨ ਤੁਹਾਡੇ ਆਦਮੀ ਦੀ, ਮਰੇ ਹੋਏ ਬੰਦੇ ਦੀ ਗਤੀ ਨਹੀਂ ਹੁੰਦੀ, ਤੁਹਾਨੂੰ ਦੀਵਾ ਜਗਾਉਣਾ ਹੀ ਪਏਗਾ। ਲੋਕਾਂ ਦੇ ਕੋਲੋਂ ਦੀਵੇ ਜਗਾਏ ਉਹਨਾਂ ਨੇ। ਕਹਿੰਦਾ ਸੀ ਜਦੋਂ ਉੱਪਰ ਬੰਦਾ ਜਾਂਦਾ, ਬੜਾ ਕੁੱਪ ਹਨੇਰਾ, ਧਰਤੀ 'ਤੇ ਜਗਾਏ ਹੋਏ ਦੀਵੇ ਦਾ ਚਾਨਣ ਉਹਨੂੰ ਉੱਪਰ ਤੱਕ ਪਹੁੰਚੇਗਾ। ਇਹ ਗੱਲਾਂ ਬ੍ਰਾਹਮਣ ਕਹਿੰਦਾ ਸੀ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ। ਗੁਰੂ ਨਾਨਕ ਸਾਹਿਬ ਕਹਿੰਦੇ ਪੰਡਤ ਤੂੰ ਲੋਕਾਂ ਦੇ ਕੋਲੋਂ ਦੀਵੇ ਜਗਵਾਉਣਾ ਹੈ, ਲੋਕਾਂ ਨੂੰ ਆਖਦਾ ਵੀ ਦੀਵੇ ਜਗਾਓ। ਦੀਵੇ ਜਗਾਉਣ ਦੇ ਨਾਲ ਤੁਹਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਮੈਨੂੰ ਤੇਰੇ ਬਾਹਰੀ ਤੌਰ 'ਤੇ ਦੀਵਿਆਂ ਦੀ ਲੋੜ ਨਹੀਂ, ਮੇਰੇ ਵਾਸਤੇ ਮੇਰੇ ਗੁਰੂ ਦਾ ਨਾਮ ਹੀ ਮੇਰੇ ਵਾਸਤੇ ਦੀਵਾ ਹੈ।
ਗੁਰੂ ਦਾ ਨਾਮ ਹੀ ਮੇਰੇ ਵਾਸਤੇ ਦੀਵਾ ਹੈ। ਅੱਛਾ, ਜਿਹੜਾ ਬਾਹਰੀ ਤੌਰ 'ਤੇ ਦੀਵਾ ਜਗਾਓ, ਉਹਦੇ ਵਿੱਚ ਜਿੰਨਾ ਚਿਰ ਤੇਲ ਹੈ ਉਨਾ ਚਿਰ ਦੀਵਾ ਜਗਦਾ ਹੈ। ਜਦੋਂ ਤੇਲ ਖਤਮ ਹੋ ਗਿਆ, ਦੀਵਾ ਖਤਮ, ਬੱਤੀ ਵੀ ਸੜ ਜਾਂਦੀ ਹੈ ਜਿਹੜੀ ਦੀਵੇ ਦੇ ਵਿੱਚ ਵੱਟ ਕੇ ਪਾਈ ਹੁੰਦੀ ਹੈ। ਤੇ ਇੱਕ ਦੀਵਾ ਜਗਾਉਣ ਦੇ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹ ਦੀਵਾ ਹਰ ਇੱਕ ਬੰਦੇ ਨੂੰ ਜੀਵਨ ਵਿੱਚ ਜਗਾਉਣਾ ਚਾਹੀਦਾ। ਜੇ ਉਹ ਦੀਵਾ ਜੀਵਨ ਦੇ ਵਿੱਚ ਜਗਾ ਲਿਆ ਤੇ ਜੀਵਨ ਦੇ ਵਿੱਚੋਂ ਕਦੀ ਵੀ ਉਸ ਵਾਹਿਗੁਰੂ ਦੀ ਯਾਦ ਜਾ ਹੀ ਨਹੀਂ ਸਕਦੀ, ਨਾ ਹੀ ਉਹਦੇ 'ਚੋਂ ਤੇਲ ਮੁੱਕਣਾ ਹੈ ਤੇ ਨਾ ਹੀ ਉਸ ਦੀਵੇ ਦੇ ਚਾਨਣ ਨੇ ਇੱਥੋਂ ਖਤਮ ਹੋਣਾ ਹੈ। ਸਤਿਗੁਰੂ ਕਹਿੰਦੇ ਨੇ ਉਹ ਦੀਵਾ ਕਿਹੜਾ ਹੈ? ਨਾਮ ਦਾ। ਅੱਛਾ, ਨਾਮ ਦਾ ਦੀਵਾ ਫਿਰ ਕਿੱਦਾਂ ਜਗਾਇਆ ਜਾਂਦਾ ਹੈ ਜੀਵਨ ਦੇ ਵਿੱਚ? ਉਹਦੀ ਵੀ ਆਖਰਕਾਰ ਕੋਈ ਨਾ ਕੋਈ ਪ੍ਰਕਿਰਿਆ ਹੋਏਗੀ ਨਾ, ਉਹਦਾ ਵੀ ਆਖਰਕਾਰ ਕੋਈ ਨਾ ਕੋਈ ਨਿਯਮ ਤਾਂ ਹੋਏਗਾ। ਪੁੱਛੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਦੱਸੋ ਸਾਨੂੰ ਨਾਮ ਦਾ ਦੀਵਾ ਕਿੱਦਾਂ ਜਗਾਇਆ ਜਾਏ? ਮਹਾਰਾਜ ਕਹਿੰਦੇ ਨੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਜਦੋਂ ਨਾਮ ਦਾ ਦੀਵਾ ਮੇਰੇ ਜੀਵਨ ਵਿੱਚ ਜਗਿਆ ਨਾ, ਤੇ ਉਹਦੇ 'ਚ ਤੇਲ ਸੜਦਾ ਹੈ ਦੀਵੇ ਦੇ ਵਿੱਚ। ਜਦੋਂ ਦੀਵਾ ਜਗਿਆ ਤੇ ਮੈਂ ਦੁੱਖਾਂ ਦਾ ਉਹਦੇ 'ਚ ਤੇਲ ਪਾ ਲਿਆ, ਤੇ ਜਿਉਂ-ਜਿਉਂ ਦੀਵਾ ਬਲੀ ਜਾਂਦਾ ਹੈ ਤੇਲ ਸੜੀ ਜਾਂਦਾ ਹੈ। ਭਾਵ ਜਿਉਂ-ਜਿਉਂ ਨਾਮ ਦੇ ਦੀਵੇ ਦਾ ਚਾਨਣ ਮੇਰੇ ਜੀਵਨ ਵਿੱਚ ਹੋਈ ਜਾਂਦਾ, ਮੇਰੇ ਜੀਵਨ ਵਿੱਚੋਂ ਦੁੱਖ ਹੀ ਮੁੱਕਦੇ ਜਾਂਦੇ ਨੇ, ਮੇਰੇ ਜੀਵਨ ਵਿੱਚੋਂ ਦੁੱਖ ਖਤਮ ਹੁੰਦੇ ਜਾ ਰਹੇ ਨੇ। ਦੁੱਖ ਕਿਉਂਕਿ ਦੁੱਖਾਂ ਦੇ ਵਿੱਚ ਤੇਲ ਪਾਇਆ ਹੋਇਆ, ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਉਨ ਚਾਨਣ, ਉਧਰ ਦੀਵੇ ਦਾ ਚਾਨਣ ਹੋ ਰਿਹਾ ਹੈ, ਦੁੱਖਾਂ ਦਾ ਜਦੋਂ ਤੇਲ ਖਤਮ ਹੋ ਰਿਹਾ ਹੈ ਤੇ ਨਾਮ ਦੇ ਦੀਵੇ ਦਾ ਚਾਨਣ ਜੀਵਨ ਦੇ ਵਿੱਚ ਹੋ ਰਿਹਾ ਹੈ। ਉਨ ਚਾਨਣ, ਉਨ ਸੋਖਿਆ, ਤੇਲ ਉਹਦੇ 'ਚੋਂ ਸੋਖਿਆ ਜਾ ਰਿਹਾ ਹੈ। ਚੂਕਾ ਜਮ ਸਿਓ ਮਹਿਲ। ਕਹਿੰਦੇ ਇਸ ਤਰ੍ਹਾਂ ਦੀਵਾ ਜਗਣ ਦੇ ਨਾਲ ਮੇਰੇ ਜੀਵਨ ਦੇ ਵਿੱਚੋਂ ਜਿਹੜੇ ਦੁੱਖ ਨੇ ਉਹ ਖਤਮ ਹੋ ਗਏ। ਚੂਕਾ ਜਮ ਸਿਓ ਮੇਲ, ਜਮਾਂ ਦੀ ਫਾਈ ਮੇਰੇ ਜੀਵਨ ਦੇ ਵਿੱਚੋਂ ਖਤਮ ਹੋ ਗਈ। ਜਮ ਮੇਰੇ ਜੀਵਨ ਦੇ ਵਿੱਚ ਮੈਨੂੰ ਪਾਉਂਦੇ ਹੀ ਨਹੀਂ। ਤੇ ਜਮ ਕੀ ਨੇ? 5 ਵਿਕਾਰ, ਜਿਹੜੇ ਬੰਦੇ ਨੂੰ ਬੈਠੇ ਬੈਠੇ ਨੂੰ ਪਰੇਸ਼ਾਨ ਕਰਦੇ ਨੇ। ਲਾਲਚ ਬੰਦੇ ਨੂੰ ਪਰੇਸ਼ਾਨ ਹੀ ਕਰਦਾ ਹੈ ਨਾ, ਕਾਮ ਬੰਦੇ ਨੂੰ ਪਰੇਸ਼ਾਨ ਹੀ ਕਰਦਾ ਹੈ ਨਾ, ਕ੍ਰੋਧ ਬੰਦੇ ਨੂੰ ਪਰੇਸ਼ਾਨ ਹੀ ਕਰਦਾ ਹੈ ਨਾ। 1 ਮਿੰਟ ਦਾ ਆਇਆ ਹੋਇਆ ਕ੍ਰੋਧ ਬੰਦੇ ਨੂੰ ਕਈ ਵਾਰੀ ਪੂਰੀ ਜ਼ਿੰਦਗੀ ਪਿੱਛੇ ਧੱਕ ਦਿੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੁਨੀਆ ਦੇ ਲੋਕੋ ਦੀਵਾ ਜਗਾਉਣਾ ਹੈ ਤੇ ਆਹ ਦੀਵਾ ਜਗਾਓ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਨਾਮ ਦੇ ਸਕੇ, ਜਿਹੜਾ ਤੁਹਾਡੇ ਜੀਵਨ ਦੇ ਵਿੱਚ ਚਾਨਣ ਕਰ ਸਕੇ। ਉਨ ਚਾਨਣ ਉਨ ਸੋਖਿਆ, ਚੂਕਾ ਜਮ ਸਿਓ ਮੇਲੋ ਕਾ, ਮਤ ਕੋ ਫਕੜ ਪਾਏ, ਲੱਖ ਮੜਿਆਂ ਕਰ ਇਕੱਠੇ ਏਕ ਰਤੀ ਲੈ ਪਾ। ਆਹ ਹੈ ਪ੍ਰਕਿਰਿਆ ਅਸਲ ਵਿੱਚ ਸਾਧ ਸੰਗਤ ਦੀਵਾ ਜਗਾਉਣ ਦੀ। ਦੀਵਾ ਇੱਦਾਂ ਜਗਾਇਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਲੱਖਾਂ ਮਣ ਤੁਹਾਡੇ ਕੋਲ ਲੱਕੜਾਂ ਹੋਣ ਤੇ ਉਹਨਾਂ ਲੱਕੜਾਂ ਨੂੰ ਸਿਰਫ ਇੱਕੋ ਜਿਹੜੀ ਅੱਗ ਦੀ ਚੰਗਿਆਰੀ ਹੈ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ। ਲੱਖਾਂ ਮਣ ਲੱਕੜਾਂ ਨੂੰ ਇੱਕ ਅੱਗ ਦੀ ਚੰਗਿਆੜੀ ਸੁਆਹ ਕਰ ਦਿੰਦੀ ਹੈ। ਕਹਿੰਦੇ ਇਸੇ ਤਰ੍ਹਾਂ ਨਾਮ ਦਾ ਦੀਵਾ ਤੇਰੇ ਜੀਵਨ ਦੇ ਵਿੱਚ ਤੇਰੇ ਸਾਰੇ ਦੁੱਖ ਕੱਟ ਦੇਵੇਗਾ। ਅੱਜ ਬੰਦਾ ਦੁਖੀ ਹੈ ਨਾ ਜੀਵਨ ਵਿੱਚ, ਕੋਈ ਇਸ ਗੱਲੋਂ ਦੁਖੀ ਹੈ ਮੇਰੇ ਕੋਲ ਧਨ ਪਦਾਰਥ ਨਹੀਂ। ਜਿਹਦੇ ਕੋਲ ਧਨ ਪਦਾਰਥ ਹੈ ਉਹ ਔਲਾਦ ਹੱਥੋਂ ਸੁਖੀ ਨਹੀਂ। ਜਿਨ੍ਹਾਂ ਦੇ ਕੋਲ ਔਲਾਦ ਨਹੀਂ ਉਹ ਔਲਾਦ ਕਰਕੇ ਤੜਫ ਰਹੇ ਨੇ। ਸਾਡੇ ਘਰ ਵਿੱਚ ਔਲਾਦ ਨਹੀਂ। ਹਰ ਇੱਕ ਬੰਦਾ ਅੱਜ ਦੁਨੀਆ ਦੇ ਵਿੱਚ ਅਪਸੈਟ ਹੈ, ਹਰ ਇੱਕ ਬੰਦਾ ਦੁਨੀਆ ਦੇ ਵਿੱਚ ਪਰੇਸ਼ਾਨ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਸ਼ਬਦ ਵਰਤੇ ਸਨ, ਬੰਦਿਆ ਆਤਮਿਕ ਖੇੜਾ ਤੂੰ ਜੀਵਨ ਵਿੱਚ ਪ੍ਰਾਪਤ ਕਰਨਾ ਹੈ ਨਾ, ਤੇ ਗੁਰੂ ਕੋਲ ਆ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਤੇਰੇ ਜੀਵਨ ਵਿੱਚ ਦੁੱਖ ਉਦੋਂ ਕੱਟੇ ਜਾਣੇ ਨੇ ਜਦੋਂ ਤੂੰ ਗੁਰੂ ਕੋਲ ਆ ਗਿਆ। ਤੇ ਮਹਾਰਾਜ ਨੇ ਇਹ ਵੀ ਪੱਖ ਬਿਆਨ ਕੀਤਾ, ਕਹਿੰਦੇ ਆਨੰਦ ਆਨੰਦ ਸਭ ਕੋ ਕਹੈ। ਆਨੰਦ ਆਨੰਦ ਸਾਰੀ ਦੁਨੀਆ ਕਹੀ ਜਾਂਦੀ ਹੈ। ਮਾਂ ਨੂੰ ਆਪਣੇ ਪੁੱਤ ਨੂੰ ਮਿਲ ਕੇ ਆਨੰਦ ਹੁੰਦਾ ਹੈ। ਜਿਹੜਾ ਬੰਦਾ ਖਾਣ ਦਾ ਲਾਲਚ ਕਰਦਾ ਉਹਦੇ ਅੱਗੇ 4 ਪਕਵਾਨ ਬਣਾ ਕੇ ਰੱਖਦਾ ਉਹਨੂੰ ਉਹਦੇ 'ਚੋਂ ਆਨੰਦ ਪ੍ਰਾਪਤ ਹੁੰਦਾ ਹੈ। ਜਿਹੜਾ ਬੰਦਾ ਝੂਠ ਬੋਲਦਾ ਉਹਨੂੰ ਝੂਠ ਬੋਲਣ 'ਚ ਆਨੰਦ ਪ੍ਰਾਪਤ ਹੁੰਦਾ ਹੈ। ਜਿਹੜਾ ਬੰਦਾ ਬੇਈਮਾਨੀ ਕਰਦਾ ਉਹਨੂੰ ਬੇਈਮਾਨੀ ਦੇ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ। ਆਨੰਦ ਗੁਰੂ ਤੇ ਜਾਣਿਆ, ਪਰ ਇਹਨਾਂ ਆਨੰਦਾਂ ਤੋਂ ਬਾਅਦ ਜਿਹੜਾ ਤੈਨੂੰ ਗੁਰੂ ਦੇ ਪਾਸੋਂ ਆਨੰਦ ਮਿਲੇਗਾ, ਅਸਲੀ ਆਨੰਦ ਉਹੋ ਹੀ ਹੈ। ਬਾਕੀ ਤਾਂ ਸਾਰੇ ਆਨੰਦ ਦੁਨੀਆ ਦੇ ਝੂਠੇ ਨੇ। ਬਾਕੀ ਦੁਨੀਆ ਦੇ ਆਨੰਦ ਦਾ ਕੋਈ ਫਾਇਦਾ ਨਹੀਂ। ਸਤਿਗੁਰੂ ਕਹਿੰਦੇ ਨੇ ਅਵਗਣ ਮਾਰੀ
ਮਰੈ ਨਾ ਸੀਝੈ। ਜਦੋਂ ਜੀਵਨ ਦੇ ਵਿੱਚ ਆਤਮਿਕ ਅਡੋਲਤਾ ਨਾਮ ਦੀ ਸੂਝ ਰੱਖਣ ਵਾਲਾ ਦੀਵਾ ਜਾਗਿਆ, ਅਵਗੁਣ ਆਪਣੇ ਆਪ ਹੀ ਜੀਵਨ ਦੇ ਵਿੱਚੋਂ ਖਤਮ ਹੋ ਜਾਣਗੇ। ਜੀਵ ਇਸਤਰੀ ਦੇ ਮਨ ਵਿੱਚੋਂ ਵਿਕਾਰ ਮੁੱਕ ਜਾਣਗੇ ਅਤੇ ਉਹਨੂੰ ਆਤਮਿਕ ਮੌਤ ਜਿਹੜੀ ਉਹਦੀ ਦਿਨ ਪ੍ਰਤੀ ਦਿਨ ਹੋ ਰਹੀ ਸੀ, ਉਹਦੇ ਵੱਲੋਂ ਜੀਵ ਇਸਤਰੀ ਬੇਪਰਵਾਹ ਹੋ ਜਾਏਗੀ। ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਆਤਮਿਕ ਮੌਤ ਹੈ, ਜ਼ਿੰਦਗੀ ਕਾਮਯਾਬ ਨਹੀਂ ਹੋ ਸਕਦੀ। ਜੀਵ ਇਸਤਰੀ ਨੂੰ ਪ੍ਰਭੂ ਦੀ ਸਿਫਤ ਸਲਾਹ ਨੇ ਵਿਕਾਰਾਂ ਵੱਲੋਂ ਮਾਰਿਆ, ਉਹੀ ਵਿਕਾਰਾਂ ਵੱਲੋਂ ਬਚੀ ਹੋਈ ਹੈ। ਜਿਸ ਜੀਵ ਇਸਤਰੀ ਨੂੰ ਪ੍ਰਮਾਤਮਾ ਨੇ ਵਿਕਾਰਾਂ ਵੱਲੋਂ ਬਚਾ ਲਿਆ, ਭਾਵ ਜੇ ਦਾ ਸੰਬੰਧ ਨਾਮ ਦੇ ਨਾਲ ਜੁੜ ਗਿਆ, ਉਹੀ ਜੀਵ ਇਸਤਰੀ ਇਸ ਦੁਨੀਆ ਦੇ ਉੱਤੇ, ਇਸ ਧਰਤੀ ਦੇ ਉੱਤੇ ਆਤਮਿਕ ਮੌਤ ਤੋਂ ਬਚ ਜਾਏਗੀ। ਅੱਗੇ ਮਹਾਰਾਜ ਕਹਿੰਦੇ ਨੇ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਿਨਾੜੀ ਆਸਾ। ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦਿੰਦਾ ਹੈ, ਉਹ ਆਪਣੀ ਭਗਤੀ ਦਿੰਦਾ ਹੈ, ਉਹ ਵਿਕਾਰਾਂ ਦੀ ਭੜਕਣਾ ਵੱਲੋਂ ਬਚ ਜਾਂਦੇ ਨੇ। ਉਹਨਾਂ ਦਾ ਸੰਬੰਧ ਫਿਰ ਵਿਕਾਰਾਂ ਨਾਲ ਨਹੀਂ ਜੁੜਦਾ, ਉਹ ਪੁੱਠੇ ਪਾਸੇ ਜਾਂਦੇ ਹੀ ਨਹੀਂ, ਉਹਨਾਂ ਦਾ ਮਨ ਚੰਗੇ ਪਾਸੇ ਲੱਗ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਅੰਦਰ ਸਦਾ ਪ੍ਰਭੂ ਪਤੀ ਦੀ ਜਿਹੜੀ ਤਾਂਘ ਹੈ ਉਹ ਬਣੀ ਰਹਿੰਦੀ ਹੈ, ਅਤੇ ਇਹੋ ਹੀ ਤਾਂਘ ਅਸੀਂ ਬਣਾਉਣੀ ਹੈ। ਕੱਤਕ ਦੇ ਮਹੀਨੇ ਦੇ ਇਸ ਉਪਦੇਸ਼ ਦੇ ਰਾਹੀਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ, ਜੇ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਜੇ ਇੱਕ ਅਕਾਲ ਪੁਰਖ ਨਾਲ ਸਾਂਝ ਬਣਾਉਣੀ ਹੈ, ਅਤੇ ਜੀਵਨ ਦੇ ਵਿੱਚ ਉਹ ਦੀਵਾ ਜਗਾਓ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਸਦਾ ਹੀ ਚਾਨਣ ਬਣਦਾ ਰਹੇ, ਜਿਹੜਾ ਤੁਹਾਡੇ ਜੀਵਨ ਦੇ ਵਿੱਚ ਸਦਾ ਹੀ ਰੌਸ਼ਨੀਆਂ ਕਰਦਾ ਰਹੇ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੱਤਕ ਦੇ ਮਹੀਨੇ ਦੇ ਰਾਹੀਂ ਕਰਮ ਕਮਾਵਣੇ। ਬੰਦਾ ਕਰਮ ਕਮਾਉਂਦਾ। ਵੈਸੇ ਸਾਧ ਸੰਗਤ ਜਿੰਨੀਆਂ ਵੀ ਪੌੜੀਆਂ ਨੇ ਨਾ 12 ਮਾਹਾਂ ਦੀਆਂ, ਸਤਿਗੁਰੂ ਜੀ ਨੇ ਇਹਨਾਂ ਸਾਰੀਆਂ ਦੇ ਵਿੱਚ ਜਦੋਂ ਉਪਦੇਸ਼ ਕੀਤਾ ਹੈ ਤੇ 2 ਦ੍ਰਿਸ਼ਟਾਂਤ ਵਰਤੇ ਨੇ। ਜਿਹੜੀ ਮੈਂ ਗੱਲ ਆਰੰਭ ਵਿੱਚ ਕਹੀ ਸੀ, ਪਤੀ ਅਤੇ ਪਤਨੀ ਦਾ 2 ਦ੍ਰਿਸ਼ਟਾਂਤ ਵਰਤੇ ਨੇ। ਪਰ ਮਨੁੱਖੀ ਮਨ ਨੂੰ ਉਪਦੇਸ਼ ਕਰਦੇ ਨੇ, ਪਤੀ ਹੈ ਅਕਾਲ ਪੁਰਖ ਅਤੇ ਪਤਨੀ ਹੈ ਅਸੀਂ ਸਾਰੀਆਂ ਹੀ ਜੀਵ ਇਸਤਰੀਆਂ, ਉਹਦੇ ਵਿੱਚ ਕੋਈ ਵੀ ਆ ਸਕਦਾ ਹੈ। ਮਹਾਰਾਜ ਕਹਿੰਦੇ ਨੇ ਕੱਤਕ ਕਰਮ ਕਮਾਵਣੇ। ਕੱਤਕ ਦੇ ਮਹੀਨੇ ਦੇ ਵਿੱਚ ਜਿਹੜੇ ਕਰਮ ਕਮਾਏ ਜਾਂਦੇ ਨੇ, ਸਤਿਗੁਰੂ ਕਹਿੰਦੇ ਦੋਸ਼ ਨਾ ਕਾਹੂ ਜੋਗ। ਅਤੇ ਜਿਹੜੇ ਬੰਦਿਆਂ ਤੂੰ ਕਰਮ ਕਮਾਉਂਦਾ ਹੈ ਉਹਨਾਂ ਦਾ ਦੋਸ਼ ਕਿਸੇ ਦੂਜੇ ਦੇ ਮੱਥੇ 'ਤੇ ਮੜਿਆ ਜਾਵੇ। ਗਲਤ ਕੰਮ ਮੈਂ ਕੀਤਾ ਅਤੇ ਮੇਰੇ ਗਲਤ ਕੀਤੇ ਹੋਏ ਕੰਮ ਦਾ ਦੋਸ਼ ਕਿਸੇ ਦੂਜੇ ਦੇ ਮੱਥੇ 'ਤੇ ਮੜਿਆ ਜਾਏ, ਇੱਦਾਂ ਨਹੀਂ ਹੋ ਸਕਦਾ। ਪਰ ਅਸੀਂ ਕਰਦੇ ਹਾਂ, ਗਲਤ ਕੰਮ ਆਪ ਕਰਦੇ ਹਾਂ, ਬਾਅਦ 'ਚ ਕਹਿੰਦੇ ਹਾਂ ਰੱਬ ਨੇ ਬੜਾ ਲੋੜਾ ਮਾਰ ਦਿੱਤਾ ਸਾਡੇ 'ਤੇ, ਬੜੀ ਕਰੋਪੀ ਕੀਤੀ ਹੈ ਰੱਬ ਨੇ, ਅਜੇ ਨਾ ਜਾਂਦਾ ਚੱਲ ਵਿਚਾਰਾ। ਗਲਤ ਕੰਮ ਅਸੀਂ ਕਰਦੇ ਹਾਂ ਅਤੇ ਦੋਸ਼ ਕਿਸੇ ਦੂਜੇ ਦੇ ਸਿਰ 'ਤੇ। ਇੱਕ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਆਖਿਆ ਸੀ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦ। ਇਹ ਤੇਰੇ ਕਰਮਾਂ ਦਾ ਖੇਤ ਹੈ, ਕਰਮਾ ਸੰਦੜਾ ਖੇਤ ਹੈ, ਦੋਸ਼ ਇਹਦੇ ਵਿੱਚ ਕਿਸੇ ਦੂਜੇ ਨੂੰ ਨਹੀਂ। ਸਤਿਗੁਰੂ ਕਹਿੰਦੇ ਨੇ ਦੱਦਾ ਹੈ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਜਿਹੜਾ ਕੰਮ ਮੈਂ ਕਰਦਾ ਹਾਂ ਉਹਦਾ ਰਿਜ਼ਲਟ ਵੀ ਮੈਨੂੰ ਪ੍ਰਾਪਤ ਹੋਏਗਾ, ਕਿਸੇ ਦੂਜੇ ਨੂੰ ਨਹੀਂ। ਅੱਜ ਮੈਂ ਕਿਸੇ ਨਾਲ ਚੰਗਿਆਈ ਕਰਦਾ, ਉਹਦਾ ਫਲ ਮੈਨੂੰ ਪ੍ਰਾਪਤ ਹੋਏਗਾ। ਅੱਜ ਮੇਰੇ ਕੋਲ ਪਾਵਰ ਹੈ, ਮੇਰੇ ਕੋਲ ਸੱਤਾ ਹੈ, ਮੇਰੇ ਕੋਲ ਤਾਕਤ ਹੈ, ਅੱਜ ਮੈਂ ਕਿਸੇ ਦੇ ਨਾਲ ਧੱਕਾ ਕਰਦਾ ਅਤੇ ਕੱਲ੍ਹ ਨੂੰ ਉਹਦਾ ਰਿਜ਼ਲਟ ਵੀ ਮੈਨੂੰ ਉਸੇ ਤਰ੍ਹਾਂ ਦਾ ਪ੍ਰਾਪਤ ਹੋਏਗਾ। ਕਈ ਵਾਰੀ ਇਹ ਵਰਤਾਰਾ ਕੌਮਾਂ ਦੇ ਵਿੱਚ ਵੀ ਵਾਪਰਦਾ ਹੈ ਅਤੇ ਕਈ ਵਾਰੀ ਇਹ ਵਰਤਾਰਾ ਬੰਦੇ ਦੇ ਨਿੱਜੀ ਜੀਵਨ ਦੇ ਵਿੱਚ ਵੀ ਵਾਪਰਦਾ ਹੈ। ਇਹ ਵਰਤਾਰਾ ਦੇਸ਼ ਵਿਆਪੀ ਰਾਜਨੀਤੀ 'ਤੇ ਵੀ ਵਾਪਰਦਾ ਹੈ। ਜਿਹੜੇ ਧੱਕੇ, ਜਿਹੜੇ ਇੱਕ ਦੂਜੇ ਦੇ ਨਾਲ ਧੋਖੇ ਰਾਜਨੀਤੀ ਵੱਲੋਂ ਕੀਤੇ ਜਾਂਦੇ ਨੇ, ਉਹਨਾਂ ਤੋਂ ਬਾਅਦ ਉਹਨਾਂ ਨੂੰ ਵੀ ਨਤੀਜੇ ਪ੍ਰਾਪਤ ਹੋ ਜਾਂਦੇ ਨੇ। ਹੋਇਆ ਹੀ ਹੈ, ਅੱਜ ਤੁਸੀਂ ਭਾਰਤ ਦੇਸ਼ ਦੀ ਰਾਜਨੀਤੀ ਦੇਖ ਲਓ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆਖਦੀ ਹੈ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਆਪਣੇ ਮਾੜੇ ਕਰਮਾਂ ਦਾ ਕਿਸੇ ਦੂਜੇ 'ਤੇ ਕਾਹਦਾ ਦੋਸ਼, ਕਿਸੇ ਦੂਜੇ ਦਾ ਕਸੂਰ ਕਿਉਂ ਕੱਢੀਏ ਅਸੀਂ। ਜੇ ਅੱਜ ਮੈਂ ਜੀਵਨ ਦੇ ਵਿੱਚ ਪਰੇਸ਼ਾਨ ਹਾਂ ਅਤੇ ਮੈਂ ਆਪਣੀ ਸੋਚਣ ਸ਼ਕਤੀ ਕਰਕੇ ਪਰੇਸ਼ਾਨ ਹਾਂ। ਜੇ ਮੈਂ ਅੱਜ ਆਪਣੀ ਔਲਾਦ ਹੱਥੋਂ ਦੁਖੀ ਹਾਂ ਤਾਂ ਧਿਆਨ ਮਾਰ ਕੇ ਵੇਖੋ ਮੈਂ ਕਿਉਂ ਦੁਖੀ ਹਾਂ, ਉਹਦੇ ਵਿੱਚ ਕਿਤੇ ਕੋਈ ਮੇਰਾ ਤਾਂ ਨਹੀਂ ਕਸੂਰ। ਜੇ ਅੱਜ ਬੱਚੇ ਆਖੇ ਨਹੀਂ ਲੱਗਦੇ, ਉਹਦੇ ਵਿੱਚ ਦੋਸ਼ੀ ਮੈਂ ਹਾਂ ਕਿ ਕੋਈ ਦੂਜਾ ਹੈ। ਜੇ ਅੱਜ ਮੈਂ ਅਪਸੈਟ ਹਾਂ ਤਾਂ ਮੈਂ ਕਿਉਂ ਅਪਸੈਟ ਹਾਂ।
ਇਹਦੇ ਵਿੱਚ ਕਿਤੇ ਮੇਰਾ ਤਾਂ ਨਹੀਂ ਕਸੂਰ। ਇਹਨਾਂ ਚੀਜ਼ਾਂ ਵੱਲ ਅੰਤਰਝਾਤ ਸਾਨੂੰ ਮਾਰਦੇ ਰਹਿਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ। ਹੁਣ ਜੀਵਨ ਦੇ ਵਿੱਚ ਦੁੱਖ ਕਿਉਂ ਲੱਗਦੇ ਨੇ ਭਲਾ? ਭੁੱਲਣ ਕਰਕੇ। ਭੁੱਲਣ ਦਾ ਰੋਗ ਸਭ ਤੋਂ ਮਾੜਾ ਹੁੰਦਾ ਹੈ। ਬੰਦਾ ਬਾਜ਼ਾਰ 'ਚ ਕੁਝ ਲੈਣ ਜਾਏ ਤੇ ਭੁੱਲ ਜਾਏ ਤੇ ਘਰ ਆਣ ਕੇ ਫਿਰ ਉਹਨੂੰ ਦੂਰੀ ਵਾਰੀ ਮਿਹਨਤ ਕਰਨੀ ਪੈਂਦੀ ਹੈ। ਰੋਗ ਹੀ ਹੈ ਨਾ ਇੱਕ। ਸਤਿਗੁਰੂ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ। ਜਦੋਂ ਰੱਬ ਜੀਵਨ ਵਿੱਚੋਂ ਵਿਸਰਦਾ ਹੈ, ਵਿਆਪਨ ਸਭੈ ਰੋਗ, ਤੇ ਤੈਨੂੰ ਤੇਰੇ ਜੀਵਨ ਦੇ ਵਿੱਚ ਰੋਗ ਵਿਆਪਣੇ ਸ਼ੁਰੂ ਹੋ ਜਾਂਦੇ ਨੇ। ਰੋਗ ਤੇਰੇ ਜੀਵਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਜਿਹੜਾ ਬੰਦਾ ਹੋਵੇ ਰੋਗੀ, ਉਹਦੇ ਕੋਲ ਕਿਹੜੀ ਆਸ ਕੀਤੀ ਜਾ ਸਕਦੀ ਹੈ? ਅੱਜ ਭਾਵੇਂ ਸਰੀਰਕ ਤੌਰ 'ਤੇ ਕੋਈ ਤੰਦਰੁਸਤ ਹੈ, ਭਾਵੇਂ ਸਰੀਰਕ ਤੌਰ 'ਤੇ ਕੋਈ ਰੋਗੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਜਿਹੜੇ ਰੱਬ ਤੋਂ ਭੁੱਲੇ ਨੇ ਸਾਰੇ ਰੋਗੀ ਨੇ। ਤੇ ਰੋਗ ਕਿਹੜੇ ਕਿਹੜੇ ਲੱਗੇ ਹੋਏ ਨੇ? ਕਿਸੇ ਨੂੰ ਅੱਖਾਂ ਨਾਲ ਵੇਖਣ ਦਾ ਰੋਗ ਲੱਗਾ ਹੋਇਆ, ਅੱਖਾਂ ਨਾਲ ਵੇਖਣ ਦਾ। ਕਿਸੇ ਨੂੰ ਵੇਖ ਕੇ ਜਰਦਾ ਨਹੀਂ, ਕਿਸੇ ਨੂੰ ਵੇਖ ਕੇ ਉਹਦਾ ਅੰਦਰ ਮੱਚਦਾ, ਕਿਸੇ ਨੂੰ ਵੇਖ ਕੇ ਉਹ ਅੰਦਰੋਂ ਸੜਦਾ ਹੈ। ਪਤਾ ਨਹੀਂ ਇਹਨਾਂ ਦੇ ਕੋਲ ਇੰਨਾ ਪੈਸਾ ਕਿੱਦਾਂ ਹੈ, ਪਤਾ ਨਹੀਂ ਇਹਨਾਂ ਨੇ ਇੰਨੀ ਵੱਡੀ ਕੋਠੀ ਕਿੱਦਾਂ ਪਾਈ ਹੈ, ਪਤਾ ਨਹੀਂ ਇਹਨਾਂ ਦੇ ਕੋਲ ਪੈਸਾ ਕਿੱਥੋਂ ਆਉਂਦਾ। ਆਪ ਨਹੀਂ ਕਰਨਾ ਪਰ ਦੂਜੇ ਨੂੰ ਵੇਖ ਕੇ ਸੜਨਾ ਹੈ। ਤੇ ਜੇ ਕੋਈ ਕਿਸੇ ਦਾ ਧੀ ਪੁੱਤ ਚੰਗੇ ਟਿਕਾਣੇ 'ਤੇ ਲੱਗ ਜਾਏ, ਆਪਦੇ ਨੂੰ ਸਮਝਾਇਆ ਨਹੀਂ ਜਦੋਂ ਪੜ੍ਹਾਉਣ ਦਾ ਵੇਲਾ ਸੀ, ਉਦੋਂ ਪੜ੍ਹਾਇਆ ਨਹੀਂ, ਜਦੋਂ ਕਿਸੇ ਦੂਜੇ ਦਾ ਲੱਗ ਗਿਆ ਉਦੋਂ ਵੇਖ ਵੇਖ ਬੰਦੇ ਨੇ ਸੜੀ ਜਾਣਾ। ਇਹ ਰੋਗ ਹੀ ਹੈ ਬੰਦੇ ਨੂੰ ਜੀਵਨ ਵਿੱਚ। ਤੇ ਕਈਆਂ ਨੂੰ ਰੋਗ ਕੰਨਾਂ ਨੂੰ ਸੁਣਨ ਦਾ ਲੱਗਾ ਹੋਇਆ। ਕਿਸੇ ਦੇ ਬਾਰੇ ਨਿੰਦਿਆ ਸੁਣ ਕੇ ਬੰਦੇ ਨੂੰ ਨੀਂਦ ਨਹੀਂ ਆਉਂਦੀ। ਪਤਾ ਨਹੀਂ ਲੱਗਦਾ 2 2.5 3 ਘੰਟੇ ਦਾ ਸਮਾਂ ਕਦੋਂ ਲੰਘ ਜਾਂਦਾ ਹੈ, ਗੱਲਾਂ ਗੱਲਾਂ ਦੇ ਵਿੱਚ ਕਦੋਂ ਬਤੀਤ ਹੋ ਜਾਂਦਾ ਹੈ। ਬਾਣੀ ਪੜ੍ਹਦਿਆਂ, ਬਾਣੀ ਸੁਣਦਿਆਂ ਨੀਂਦ ਆਉਂਦੀ ਹੈ। ਤੇ ਕਿਸੇ ਦੇ ਬਾਰੇ ਕੋਈ ਨਿੰਦਿਆ ਕਰਦਾ ਹੋਵੇ ਤੇ ਭਾਵੇਂ ਬੰਦੇ ਕੋਈ 4-5 ਘੰਟੇ ਤੁਸੀਂ ਸੁਣਾਈ ਜਾਓ, ਉਦੋਂ ਨਹੀਂ ਬੰਦੇ ਨੂੰ। ਇਹ ਵੀ ਰੋਗ ਹੀ ਹੈ ਨਾ। ਰੋਗੀ ਬੰਦਾ ਵਿਲਕਦਾ ਹੈ ਨਾ, ਸੌਂਦਾ ਕਿੱਥੇ ਹੈ? ਤੇ ਸਤਿਗੁਰੂ ਕਹਿੰਦੇ ਨੇ ਤੂੰ ਵੀ ਰੋਗੀ ਹੈ, ਤੈਨੂੰ ਵੀ ਕਿੱਥੇ ਨੀਂਦ ਆਉਂਦੀ ਹੈ? ਕਿਸੇ ਨੂੰ ਅੱਖਾਂ ਨਾਲ ਮਾੜਾ ਵੇਖਣ ਦਾ ਰੋਗ ਲੱਗਾ ਹੋਇਆ, ਕਿਸੇ ਨੂੰ ਕੰਨਾਂ ਨਾਲ ਮਾੜਾ ਸੁਣਨ ਦਾ ਰੋਗ ਲੱਗਾ ਹੋਇਆ, ਤੇ ਕਿਸੇ ਨੂੰ ਜ਼ੁਬਾਨ ਨਾਲ ਮਾੜਾ ਬੋਲਣ ਦਾ ਰੋਗ ਲੱਗਾ ਹੋਇਆ। ਜ਼ੁਬਾਨ ਤੋਂ ਮਾੜੇ ਸ਼ਬਦ ਕਹਿਣੇ ਕਿਸੇ ਦੂਜੇ ਨੂੰ, ਜ਼ੁਬਾਨ ਤੋਂ ਕਿਸੇ ਨੂੰ ਭੈੜਾ ਬੋਲਣਾ, ਜ਼ੁਬਾਨ ਤੋਂ ਕਿਸੇ ਨੂੰ ਮੰਦਾ। ਇਹ ਵੀ ਰੋਗ ਹੀ ਹੈ ਜੀਵਨ ਦੇ ਵਿੱਚ। ਇਹ ਸਾਰੇ ਰੋਗ ਸਤਿਗੁਰੂ ਕਹਿੰਦੇ ਨੇ ਤੈਨੂੰ ਜੀਵਨ ਵਿੱਚ ਵਿਆਪ ਰਹੇ ਨੇ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੈ ਰੋਗ। ਇੱਕ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਓ, ਇਹ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਹੈ ਮਾਇਆ ਹੈ। ਸਾਰਾ ਸੰਸਾਰ ਮਾਇਆ ਹੈ। ਮਾਇਆ ਤੋਂ ਬੰਦੇ ਨੇ ਬਚਣਾ ਕਿੱਦਾਂ ਹੈ? ਹੁਣ ਮੈਂ ਇੱਕ ਉਦਾਹਰਨ ਦਿੰਦਾ ਤਾਂ ਕਿ ਗੱਲ ਸੌਖਿਆਂ ਸਮਝ ਲੱਗ ਸਕੇ। ਇੱਕ ਬੱਚਾ ਹੈ, ਆਪਣੇ ਪਿਤਾ ਦੇ ਨਾਲ ਉਹ ਬੱਚਾ ਮੇਲਾ ਵੇਖਣ ਵਾਸਤੇ ਜਾਂਦਾ ਹੈ। ਮੇਲੇ ਵਾਲੀ ਥਾਂ 'ਤੇ, ਮੇਲੇ ਵਾਲੀ ਥਾਂ 'ਤੇ ਗਿਆ ਤੇ ਜਿੰਨਾ ਚਿਰ ਉਹਦੇ ਪਿਤਾ ਦੀ ਉਂਗਲ ਉਹਦੇ ਹੱਥ ਵਿੱਚ ਹੈ ਨਾ, ਬੱਚੇ ਨੂੰ ਮੇਲੇ ਦੇ ਵਿੱਚ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਕਦੀ ਉਹ ਕਹਿੰਦਾ ਮੈਂ ਖਿਡੌਣਾ ਲੈਣਾ ਹੈ, ਕਦੀ ਉਹ ਬੱਚਾ ਕਹਿੰਦਾ ਮੈਂ ਫਲਾਨੀ ਚੀਜ਼ ਖਾਣੀ ਹੈ, ਕਦੀ ਉਹ ਬੱਚਾ ਕਹਿੰਦਾ ਹੈ ਮੈਂ ਮੇਲੇ ਦੇ ਵਿੱਚੋਂ ਜਾਣ ਲੱਗਾ ਆਹ ਚੀਜ਼ ਲੈ ਕੇ ਤੇ ਘਰ ਨੂੰ ਜਾਵਾਂਗਾ। ਕਦੀ ਉਹ ਕੱਪੜੇ ਖਰੀਦਣ ਦੀ ਗੱਲ ਕਰਦਾ, ਕਦੀ ਕੁਝ ਕਦੀ ਕੁਝ। ਪਿਤਾ ਦੀ ਉਂਗਲ ਹੱਥ 'ਚ ਹੈ ਤੇ ਜਿਹੜੀ ਵੀ ਮੇਲੇ 'ਚ ਉਹਦੀਆਂ ਅੱਖਾਂ ਦੇ ਸਾਹਮਣੇ ਚੀਜ਼ ਆਉਂਦੀ ਹੈ ਉਹ ਲੈਣ ਵਾਸਤੇ ਜਿੱਦ ਕਰਦਾ ਹੈ। ਪਰ ਬਾਪੂ ਕਹਿੰਦਾ ਕੋਈ ਨਹੀਂ ਪੁੱਤ, ਜਾਣ ਲੱਗੇ ਆਪਾਂ ਸਾਰੀਆਂ ਚੀਜ਼ਾਂ ਲੈ ਜਾਵਾਂਗੇ। ਅਚਾਨਕ ਭੀੜ ਵੱਧਦੀ ਹੈ ਤੇ ਭੀੜ ਦੇ ਵਧਣ ਨਾਲ ਬੱਚੇ ਦੇ ਹੱਥ ਵਿੱਚੋਂ ਪਿਤਾ ਦੀ ਉਂਗਲ ਛੁੱਟ ਜਾਂਦੀ ਹੈ। ਵਿਹਲਾ ਬੈਠਾ ਰੋਈ ਜਾਂਦਾ ਹੈ, ਵਿਲਕੀ ਜਾਂਦਾ ਹੈ। ਕੋਈ ਬਾਹਰੋਂ ਖਲੋਤਾ ਹੋਇਆ ਬੰਦਾ ਉਸ ਬੱਚੇ ਨੂੰ ਵੇਖ ਰਿਹਾ ਸੀ ਤੇ ਉਹਨੇ ਵੇਖ ਕੇ ਆਖਿਆ ਪੁੱਤ ਕੀ ਹੋਇਆ? ਰੋਈ ਜਾਵੇ। ਆਂਦਾ ਮੇਰਾ ਬਾਪੂ ਨਹੀਂ ਮੈਨੂੰ ਲੱਭਦਾ। ਆਂਦਾ ਚੱਲ ਇੱਦਾਂ ਕਰ, ਜਿੰਨਾ ਚਿਰ ਤੇਰਾ ਬਾਪੂ ਨਹੀਂ ਤੈਨੂੰ ਲੱਭਦਾ ਨਾ, ਆ ਮੈਂ ਤੈਨੂੰ ਮੇਲੇ ਦੇ ਵਿੱਚੋਂ ਕੋਈ ਚੀਜ਼ ਲੈ ਕੇ ਦਿਆਂ। ਕਹਿੰਦਾ ਨਹੀਂ ਮੈਨੂੰ ਨਹੀਂ ਚੀਜ਼ਾਂ ਚਾਹੀਦੀਆਂ, ਮੈਨੂੰ ਮੇਰਾ ਬਾਪੂ ਚਾਹੀਦਾ ਹੈ। ਕਹਿੰਦਾ ਤੈਨੂੰ ਖਾਣ ਵਾਸਤੇ ਕੁਝ ਲੈ ਦਿਆਂ। ਕਹਿੰਦਾ ਨਹੀਂ ਚਾਹੀਦਾ। ਖੇਡਣ ਵਾਸਤੇ ਕੁਝ ਲੈ ਦਿਆਂ। ਕਹਿੰਦਾ ਨਹੀਂ ਚਾਹੀਦਾ। ਜਿੰਨਾ ਚਿਰ ਬਾਪੂ ਦੀ ਉਂਗਲ ਹੱਥ ਵਿੱਚ ਸੀ ਉਹਨਾਂ ਚਿਰ ਸਾਰੀਆਂ ਚੀਜ਼ਾਂ ਮੇਲੇ 'ਚੋਂ ਚੰਗੀਆਂ ਲੱਗਦੀਆਂ ਸਨ। ਅੱਜ ਬਾਪੂ ਦੀ ਉਂਗਲ ਹੱਥ 'ਚੋਂ ਛੁੱਟ ਗਈ ਤੇ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਨਾ ਕੁਝ ਖਾਣ ਨੂੰ ਦਿਲ ਕਰਦਾ ਹੈ, ਨਾ ਕੁਝ ਖਰੀਦਣ ਨੂੰ ਦਿਲ ਕਰਦਾ ਹੈ, ਤੇ ਨਾ ਹੀ ਕੁਝ ਪਹਿਨਣ ਨੂੰ ਦਿਲ ਕਰਦਾ ਹੈ। ਇੱਦਾਂ ਹੀ ਸਾਧ ਸੰਗਤ ਬੰਦਾ ਜਦੋਂ ਸੰਸਾਰ ਵਿੱਚ ਰਹਿੰਦਾ ਹੈ ਨਾ, ਜਿੰਨਾ ਚਿਰ ਗੁਰੂ ਕੋਲ ਹੈ ਉਹਨਾਂ ਚਿਰ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਤੁਹਾਡੇ 'ਤੇ ਦੁੱਖ ਵੀ ਆ ਜਾਣ, ਤੁਸੀਂ ਦੁੱਖਾਂ ਨੂੰ ਵੀ ਸਹੀ ਤਰੀਕੇ ਨਾਲ ਨਜਿੱਠ ਸਕਦੇ ਹੋ। ਦੁੱਖਾਂ ਨੂੰ ਵੀ ਬੰਦਾ ਬੜੇ ਵਧੀਆ ਤਰੀਕੇ ਨਾਲ ਫੇਸ ਕਰ ਸਕਦਾ ਹੈ, ਕਿਉਂਕਿ
ਵਾਹਿਗੁਰੂ ਅਕਾਲ ਪੁਰਖ ਦਾ ਜਿਹੜਾ ਮਿਹਰ ਭਰਿਆ ਹੱਥ ਹੈ ਤੁਹਾਡੇ ਸਿਰ ਦੇ ਉੱਤੇ। ਪਰ ਇੱਕ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਓ, ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਜੀਵਨ ਵਿੱਚੋਂ ਵਿਸਰਦੀ ਹੈ ਨਾ, ਉਹਨੂੰ ਬੰਦਾ ਜੀਵਨ 'ਚੋਂ ਭੁਲਾ ਜਾਂਦਾ, ਅਤੇ ਕਈ ਵਾਰੀ ਬੰਦੇ ਦੇ ਸੁੱਖ ਵੀ ਉਹਦੇ ਵਾਸਤੇ ਜ਼ਹਿਰ ਬਣ ਜਾਂਦੇ ਨੇ। ਦੁੱਖ ਦਾਰੂ ਸੁੱਖ ਰੋਗ ਭਇਆਸ, ਜਿਹੜਾ ਸੁੱਖ ਹੈ ਬੰਦੇ ਵਾਸਤੇ ਰੋਗ ਬਣ ਜਾਂਦਾ, ਜਿਹੜਾ ਸੁੱਖ ਹੈ ਬੰਦੇ ਵਾਸਤੇ ਜ਼ਹਿਰ ਬਣ ਜਾਂਦਾ ਹੈ। ਅੱਜ ਜਿਨ੍ਹਾਂ ਨੇ ਬੇਈਮਾਨੀ ਕਰਕੇ ਬਹੁਤ ਸਾਰਾ ਧਨ ਪਦਾਰਥ ਇਕੱਠਾ ਕੀਤਾ ਹੈ, ਜਿਹੜੀ ਔਲਾਦ ਵਾਸਤੇ ਸਾਰਾ ਕੁਝ ਕੀਤਾ ਸੀ, ਅੱਜ ਉਹ ਔਲਾਦ ਉਹਨਾਂ ਨੂੰ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ। ਸੁੱਖ ਰੋਗ ਬਣਿਆ ਹੀ ਹੈ ਨਾ, ਸੁੱਖ ਨੇ ਤਬਾਹ ਕੀਤੀ ਹੈ ਨਾ ਬੰਦੇ ਦੀ ਜ਼ਿੰਦਗੀ, ਸੁੱਖ ਨੇ ਬਰਬਾਦ ਕੀਤਾ ਹੀ ਹੈ ਬੰਦੇ ਨੂੰ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਵਾਹਿਗੁਰੂ ਦੀ ਯਾਦ ਹੈ, ਉਹ ਦੁੱਖ ਨੂੰ ਵੀ ਦਾਰੂ ਬਣਾ ਲੈਂਦੇ ਨੇ, ਉਹ ਦੁੱਖ ਨੂੰ ਵੀ ਦਾਰੂ ਬਣਾ ਕੇ ਆਪਣੇ ਜੀਵਨ ਨੂੰ ਬਤੀਤ ਕਰ ਲੈਂਦੇ ਨੇ। ਹੋਇਆ ਹੀ ਅਸੀਂ ਇਤਿਹਾਸ ਦੇ ਵਿੱਚੋਂ ਪੜ੍ਹੀਏ, ਜਿਨ੍ਹਾਂ ਦੇ ਕੋਲ ਵਾਹਿਗੁਰੂ ਜੀ ਦੀ ਯਾਦ ਸੀ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਇਹਨਾਂ ਸਾਰਿਆਂ ਦੇ ਜੀਵਨ ਵਿੱਚ ਦੁੱਖ ਆਏ, ਇਹਨਾਂ ਨੇ ਦੁੱਖਾਂ ਨੂੰ ਦਾਰੂ ਬਣਾ ਲਿਆ। ਤਾਂ ਹੀ ਸਿੱਖ ਇਹਨਾਂ ਨੂੰ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦਾ। ਜੀਵਨ ਵਿੱਚ ਜਿੰਨੇ ਮਰਜ਼ੀ ਦੁੱਖ ਆ ਜਾਣ, ਜੇ ਵਾਹਿਗੁਰੂ ਅਕਾਲ ਪੁਰਖ ਦੀ ਡੋਰੀ ਤੁਹਾਡੇ ਹੱਥ ਵਿੱਚ ਹੈ ਤੇ ਤੁਹਾਨੂੰ ਜੀਵਨ ਵਿੱਚ ਆਏ ਹੋਏ ਦੁੱਖ ਵੀ ਪਰੇਸ਼ਾਨ ਨਹੀਂ ਕਰ ਸਕਦੇ। ਮੈਂ ਜਦੋਂ ਇਤਿਹਾਸ ਪੜ੍ਹਦਾ, ਮੀਰ ਮਨੂ ਦੀ ਜੇਲ੍ਹ ਵਿੱਚ ਮਾਵਾਂ ਨੂੰ ਦੁੱਖ ਦਿੱਤੇ ਗਏ, ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਹਾਰ ਉਹਨਾਂ ਦੇ ਗਲਾਂ ਵਿੱਚ ਪਾਏ ਗਏ। ਕਿੰਨੇ ਦੁੱਖ ਦਿੱਤੇ ਜ਼ਾਲਮ ਨੇ, ਪਰ ਉਹਨਾਂ ਨੇ ਦੁੱਖਾਂ ਨੂੰ ਦੁੱਖ ਨਹੀਂ ਕਿਹਾ। ਉਹਨਾਂ ਦੀ ਸ਼ਾਮ ਵੇਲੇ ਅਰਦਾਸ ਹੁੰਦੀ ਸੀ, ਸਤਿਗੁਰੂ ਜੀ ਦਿਨ ਤੁਹਾਡੇ ਭਾਣੇ ਵਿੱਚ ਬਤੀਤ ਹੋਇਆ, ਤੁਹਾਡੇ ਚਰਨਾਂ ਵਿੱਚ ਅਰਜ਼ੋਈ ਹੈ, ਰਾਤ ਵੀ ਤੁਹਾਡੇ ਭਾਣੇ ਵਿੱਚ ਬਤੀਤ ਹੋਵੇ। ਇਹ ਬੇਨਤੀ ਸੀ ਉਹਨਾਂ ਦੀ, ਇਹ ਅਰਦਾਸ ਸੀ ਉਹਨਾਂ ਦੀ। ਉਹਨਾਂ ਨੇ ਦੁੱਖਾਂ ਨੂੰ ਦਾਰੂ ਬਣਾ ਲਿਆ, ਤੇ ਖਾਲਸਾ ਰਾਜ ਦੁੱਖਾਂ ਨੂੰ ਦਾਰੂ ਬਣਾ ਕੇ ਪੈਦਾ ਹੋਇਆ। ਤੇ ਜਿੱਦਣ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਅਗਲੇ ਵਾਰਸ ਆਏ, ਜਿਨ੍ਹਾਂ ਨੇ ਸੁੱਖ ਰੋਗ ਬਣਾ ਲਿਆ, ਰਾਤੋਂ ਦਿਨ ਨਹੀਂ ਚੜ੍ਹਿਆ। 1849 ਦੇ ਵਿੱਚ ਅੰਗਰੇਜ਼ ਇਸ ਪੰਜਾਬ 'ਤੇ ਆਣ ਕੇ ਕਾਬਜ਼ ਹੋ ਜਾਂਦਾ ਹੈ, ਤੇ ਖਾਲਸਾ ਰਾਜ ਇੱਥੋਂ ਚਲਾ ਜਾਂਦਾ ਹੈ। ਇਹ ਸਭ ਉਹੋ ਹੀ ਗੱਲਾਂ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ। ਜਦੋਂ ਬੰਦਾ ਪਰਮੇਸ਼ਰ ਤੋਂ ਭੁੱਲ ਜਾਂਦਾ ਹੈ, ਜੀਵਨ ਦੇ ਵਿੱਚ ਰੋਗ ਲੱਗਦੇ ਨੇ। ਤੇ ਜਿੰਨਾ ਚਿਰ ਗੁਰੂ ਦੀ ਯਾਦ, ਜਿੰਨਾ ਚਿਰ ਗੁਰੂ ਦਾ ਚੇਤਾ ਹੈ, ਉਹਨਾਂ ਚਿਰ ਬੰਦਾ ਦੁੱਖਾਂ ਦੇ ਵਿੱਚ ਵੀ ਆਪਣੇ ਆਪ ਨੂੰ ਤਕੜਾ ਰੱਖਦਾ। ਤੁਸੀਂ ਕਈ ਵਾਰੀ ਤੱਕ ਕੇ ਵੇਖੋ, ਉਸ ਚਮਕੌਰ ਦੀ ਗੜੀ ਵਾਲੇ ਪਾਸੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਿਆਰੇ ਸਿੱਖਾਂ ਨੂੰ ਭੇਜਦੇ ਨੇ, 2 ਸਾਹਿਬਜ਼ਾਦਿਆਂ ਨੂੰ ਭੇਜਦੇ ਨੇ, ਕਿੰਨਾ ਵੱਡਾ ਦੁਨੀਆਦਾਰੀ ਦੇ ਨਜ਼ਰੀਏ ਨਾਲ ਦੇਖੋ ਕਿੰਨਾ ਵੱਡਾ ਦੁੱਖ ਹੋਏਗਾ। ਆਪਣੇ ਪੁੱਤਾਂ ਨੂੰ ਜੰਗ ਦੇ ਮੈਦਾਨ ਵਿੱਚ ਤੋਰਨਾ ਕਿਤੇ ਸੌਖੀ ਜਿਹੀ ਗੱਲ ਹੈ, ਬੜਾ ਔਖਾ ਕੰਮ ਸੀ। ਪਤਾ ਸੀ ਵੀ ਅੱਜ ਤੋਂ ਬਾਅਦ ਨਹੀਂ ਮਿਲਣਾ, ਤੇ ਇਹ ਵੀ ਪਤਾ ਸੀ ਵੀ ਹੋ ਸਕਦਾ ਹੈ ਮਾਹੌਲ ਇੱਥੇ ਇੱਦਾਂ ਦਾ ਬਣ ਜਾਏ, ਇਹਨਾਂ ਨੂੰ ਅੱਜ ਤੋਂ ਬਾਅਦ ਮੈਂ ਮਰਿਆ ਹੋਇਆਂ ਨੂੰ, ਸ਼ਹੀਦ ਹੋਇਆਂ ਨੂੰ ਵੀ ਨਾ ਵੇਖ ਸਕਾਂ। ਇਹ ਵੀ ਪਤਾ ਸੀ ਉਹਨਾਂ ਨੂੰ। ਜਿਹੋ ਜਿਹੇ ਔਖੇ ਹਾਲਾਤਾਂ ਵਿੱਚ ਲੰਘੇ ਸਨ, ਬੜਾ ਕਠਿਨ ਸਮਾਂ ਹੋਏਗਾ। ਤਾਂ ਕਿ ਵੇਖੋ ਉਸ ਅਨੰਦਪੁਰ ਸਾਹਿਬ ਦੇ ਉਸ ਵਕਤ ਦੇ ਮਾਹੌਲ ਨੂੰ ਕਿਸੇ ਇਤਿਹਾਸਕਾਰ ਨੇ ਇਹਨਾਂ ਨੂੰ ਬੜਾ ਪਿਆਰਾ ਕਲਮਬੰਦ ਕੀਤਾ। ਕਹਿੰਦਾ ਜਿੱਦਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਣਾ ਹੈ ਨਾ, ਕਿਲ੍ਹਾ, ਸਤਿਗੁਰੂ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਨੇ, ਆਸੇ ਪਾਸੇ ਕੰਧਾਂ ਵੀ ਅੱਜ ਰੋ ਰਹੀਆਂ ਨੇ ਤੇ ਉਹਨਾਂ ਨੂੰ ਪੁੱਛ ਰਹੀਆਂ ਨੇ, ਸਤਿਗੁਰੂ ਅੱਜ ਤੋਂ ਬਾਅਦ ਤੁਸੀਂ ਅਨੰਦਪੁਰ ਸਾਹਿਬ ਤੋਂ ਚਲੇ ਜਾਣਾ, ਤੁਸੀਂ ਵਾਪਸ ਨਹੀਂ ਆਉਣਾ, ਤੁਹਾਡੇ ਤੋਂ ਬਿਨਾਂ ਕਿੱਦਾਂ ਰਵਾਂਗੇ ਅਸੀਂ। ਜਿਹੜੀ ਆਨੰਦਾਂ ਦੀ ਨਗਰੀ, ਜਿਹੜੀ ਆਨੰਦਾਂ ਦੀ ਪੁਰੀ ਸਤਿਗੁਰੂ ਨੇ ਬੜੇ ਪਿਆਰ ਨਾਲ, ਬੜੇ ਲਾਡਾਂ ਦੇ ਨਾਲ, ਬੜੇ ਚਾਅ ਦੇ ਨਾਲ ਪਾਲੀ ਸੀ, ਉਹਨੂੰ ਛੱਡ ਕੇ ਜਾਣਾ ਕਿੰਨਾ ਔਖਾ ਹੋਏਗਾ। ਜਿਸ ਦਿਨ ਸਤਿਗੁਰੂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ, ਉਸ ਤੋਂ ਬਾਅਦ ਉਹ 'ਤੇ ਪੈਰ ਨਹੀਂ ਕਦੀ ਪਾਇਆ। ਤੇ ਉਹ ਨਗਰ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਵਸਾਇਆ ਸੀ। ਚੱਕ ਨਾਨਕੀ ਸੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ। ਅੱਜ ਛੱਡ ਕੇ ਜਾਣ ਲੱਗੇ ਨੇ, ਕੋਈ ਪਰਵਾਹ ਨਹੀਂ, ਕੋਈ ਰੱਬ ਨੂੰ ਤਾਨਾ ਨਹੀਂ, ਮੱਥੇ 'ਤੇ ਇੱਕ ਵੀ ਵੱਟ ਨਹੀਂ। ਦੁੱਖਾਂ ਨੂੰ ਦਾਰੂ ਬਣਾਇਆ ਸੀ ਨਾ ਜੀਵਨ ਵਿੱਚ, ਮੱਥੇ 'ਤੇ ਇੱਕ ਵੀ ਵੱਟ ਨਹੀਂ, ਕਿਉਂਕਿ ਗੁਰੂ ਦੀ ਯਾਦ, ਗੁਰੂ ਦੀ ਸਿਮਰਤੀ ਹੈ ਅੱਜ ਉਹਨਾਂ ਦੇ ਕੋਲ। ਗੁਰੂ ਦੁਆਰਾ ਦਿੱਤਾ ਹੋਇਆ ਭਰੋਸਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬੋਲ ਉਹਨਾਂ ਦੇ ਸਾਹਮਣੇ ਨੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ,
ਸਾਰਾ ਕੁਝ ਸਤਿਗੁਰੂ ਜੀ ਤੁਹਾਡੇ ਆਸਰੇ 'ਤੇ ਹੈ। ਅਤੇ ਜਦੋਂ ਜੀਵਨ ਦੇ ਵਿੱਚ ਸਾਧ ਸੰਗਤ ਸੁੱਖ ਭਾਰੂ ਹੋ ਜਾਣ ਨਾ, ਕਈ ਵਾਰੀ ਸੁੱਖ ਜੀਵਨ ਦੇ ਵਿੱਚ ਜਦੋਂ ਜ਼ਿਆਦਾ ਆ ਜਾਣ ਅਤੇ ਸੁੱਖ ਵੀ ਜੀਵਨ ਦੇ ਵਿੱਚ ਰੋਗ ਬਣ ਜਾਂਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਹਾਲਾਤਾਂ ਵਿੱਚ ਸਿੱਖ ਨੂੰ ਲੜਨਾ ਸਿਖਾਇਆ, ਸਿੱਖ ਨੂੰ ਜੂਝਣਾ ਸਿਖਾਇਆ, ਅਤੇ ਸਾਨੂੰ ਸ਼ਬਦ ਦਿੱਤੇ ਸਨ ਚੜ੍ਹਦੀ ਕਲਾ। ਜਦੋਂ ਕੋਈ ਕਿਸੇ ਨੂੰ ਪੁੱਛਦਾ ਕੀ ਹਾਲ ਹੈ, ਉਹ ਕਹਿੰਦਾ ਸੀ ਚੜ੍ਹਦੀ ਕਲਾ। ਇਹ ਆਪਣੇ ਆਪ ਦੇ ਵਿੱਚ ਹੀ ਬੜੇ ਕਮਾਲ ਦੇ ਸ਼ਬਦ ਸਨ, ਜਿਹੜੇ ਕਿ ਅੱਜ ਸਾਡੀ ਸੰਸਕ੍ਰਿਤੀ ਵਿੱਚੋਂ, ਸਾਡੇ ਸੱਭਿਆਚਾਰ ਵਿੱਚੋਂ, ਸਾਡੇ ਕਲਚਰ ਵਿੱਚੋਂ ਇਹ ਸਾਰੇ ਸ਼ਬਦ ਅਲੋਪ ਹੁੰਦੇ ਜਾ ਰਹੇ ਨੇ। ਅਸੀਂ ਵੀ ਬਹੁਤੇ ਜਿਹੜੇ ਸ਼ਬਦ ਉਹ ਆਪਣੇ ਜ਼ੁਬਾਨ ਤੋਂ ਕਹਿਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਸਾਰੇ ਪੱਛਮ ਦੀ ਦੇਣ ਸੀ, ਜਿਹੜੇ ਉਹਨਾਂ ਦੇ ਸਾਰੇ ਸ਼ਬਦ ਸੀ। ਸਾਨੂੰ ਵੀ ਉਹਨਾਂ ਦੀਆਂ ਰਵਾਇਤਾਂ ਅੱਜ ਚੰਗੀਆਂ ਲੱਗਣ ਲੱਗ ਪਈਆਂ। ਅਸੀਂ ਜੇ ਕਿਸੇ ਨੂੰ ਮਿਲਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੁਲਾਉਂਦੇ। ਅੱਜ ਕੱਲ੍ਹ ਤਾਂ ਤੁਸੀਂ ਵੇਖੋ ਸਕੂਲਾਂ ਕਾਲਜਾਂ ਦਾ ਹਾਲ ਹੈਲੋ ਹਾਏ ਤੱਕ ਹੀ ਖਲੋ ਗਿਆ ਹੈ। ਅਤੇ ਅੱਜ ਕੱਲ੍ਹ ਜਿਹੜੇ ਘਰਾਂ ਦੇ ਵਿੱਚ ਮਾਪੇ ਨੇ, ਉਹਨਾਂ ਨੇ ਵੀ ਬੱਚਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਬੜੀਆਂ ਘੱਟ ਸਿਖਾਈਆਂ ਨੇ। ਜੇ ਕੋਈ ਰਿਸ਼ਤੇਦਾਰ ਜਾ ਰਿਹਾ ਹੋਵੇ ਤਾਂ ਉਹਨੂੰ ਕਦੀ ਇਹ ਨਹੀਂ ਆਖਿਆ ਜਾਂਦਾ ਵੀ ਇਹਨਾਂ ਨੂੰ ਫਤਿਹ ਬੁਲਾ, ਉਹਨੂੰ ਆਖਿਆ ਜਾਂਦਾ ਟਾਟਾ ਕਰਦੇ ਇਹਨੂੰ। ਟਾਟਾ ਤੋਂ ਅੱਗੇ ਹੁਣ ਤਾਂ ਬਾਏ ਸ਼ਬਦ ਆ ਗਿਆ ਵੀ ਜਾਓ ਇਹਨੂੰ ਬਾਏ ਬਾਏ ਕਰ ਦਿਓ ਵੀ ਹੁਣ ਇਹ ਚੱਲੇ ਨੇ। ਕੁਝ ਸ਼ਬਦ ਅਸੀਂ ਆਪਣੇ ਕਲਚਰ ਦੇ ਵਿੱਚੋਂ ਵਿਸਾਰਦੇ ਜਾ ਰਹੇ ਹਾਂ। ਫਤਿਹ ਦਾ ਮਤਲਬ ਇਹ ਸੀ ਵੀ ਹਰ ਮੈਦਾਨ ਖਾਲਸੇ ਦੀ ਫਤਿਹ ਹੈ। ਖਾਲਸਾ ਖੁਦਾ ਹੈ। ਖਾਲਸੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਭਰੋਸਾ ਲੈਣਾ ਹੈ। ਪਰ ਸਾਡੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਸੁੱਖਾਂ ਨੂੰ ਰੋਗ ਬਣਾ ਬੈਠੇ। ਜਦੋਂ ਦੁੱਖਾਂ ਨੂੰ ਦਾਰੂ ਬਣਾਈਏ ਅਤੇ ਸੰਘਰਸ਼ ਲੜੇ ਵੀ ਜਾਂਦੇ ਨੇ ਅਤੇ ਸੰਘਰਸ਼ ਜਿੱਤੇ ਵੀ ਜਾਂਦੇ ਨੇ। ਸੁੱਖ ਰੋਗ ਬਣ ਜਾਣ, ਰਾਤੋਂ ਦਿਨ ਨਹੀਂ ਚੜ੍ਹਦਾ, ਕੌਮਾਂ ਵੀ ਤਬਾਹ ਹੋ ਜਾਂਦੀਆਂ ਨੇ, ਨਸਲਾਂ ਵੀ ਖਰਾਬ ਹੋ ਜਾਂਦੀਆਂ ਨੇ। ਇਹ ਸੱਚਾਈ ਹੈ। ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੈ ਰੋਗ। ਗੁਰੂ ਤੋਂ ਟੁੱਟ ਕੇ ਜੀਵਨ ਦੇ ਵਿੱਚ ਰੋਗ ਵਿਆਪਦੇ ਨੇ। ਮਹਾਰਾਜ ਅੱਗੇ ਕਹਿੰਦੇ ਨੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜੇ ਉਸ ਰਾਮ ਤੋਂ ਬੇਮੁਖ ਹੋ ਜਾਂਦੇ ਨੇ, ਜਿਹੜੇ ਉਸ ਰਾਮ ਤੋਂ ਟੁੱਟ ਜਾਂਦੇ ਨੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਜੀਵਨ ਦੇ ਵਿੱਚ ਪਰੇਸ਼ਾਨ ਕਰਦੇ ਨੇ। ਅਤੇ ਇੱਕ ਗੱਲ ਨੂੰ ਧਿਆਨ ਵਿੱਚ ਰੱਖਿਓ, ਵਿਛੋੜੇ ਦਾ ਦੁੱਖ ਜੀਵਨ ਦੇ ਵਿੱਚੋਂ ਕੋਈ ਦੂਜਾ ਨਹੀਂ ਜੇ ਭਰ ਸਕਦਾ। ਵਿਛੋੜੇ ਦਾ ਦੁੱਖ ਕੋਈ ਦੂਜਾ ਨਹੀਂ ਭਰ ਸਕਦਾ। ਵਿਛੋੜੇ ਦਾ ਦੁੱਖ ਬੰਦੇ ਨੂੰ ਗੁਰੂ ਨਾਲ ਜੁੜ ਕੇ ਆਪ ਹੀ ਭਰਨਾ ਪੈਂਦਾ ਹੈ। ਤਾਂਘ ਵੀ ਆਪਣੇ ਆਪ ਪੈਦਾ ਹੁੰਦੀ ਹੈ ਵਿਛੋੜੇ ਦੀ, ਅਤੇ ਉਸ ਵਿਛੋੜੇ ਦੀ ਭਰਪਾਈ ਵੀ ਬੰਦਾ ਆਪਣੇ ਆਪ ਹੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਆ ਗਈ ਫਿਰ ਉਹੀ ਗੱਲ। ਸਤਿਗੁਰੂ ਕਹਿੰਦੇ ਜਦੋਂ ਪਰਮੇਸ਼ਰ ਭੁੱਲ ਗਿਆ, ਜਿੰਨੇ ਵੀ ਬੰਦਾ ਮਾਇਆ ਦੇ ਭੋਗ ਭੋਗ ਰਿਹਾ ਸੀ ਸਾਰੇ ਕੌੜੇ ਲੱਗਣ ਲੱਗ ਪਏ। ਜਦੋਂ ਬੱਚੇ ਦੇ ਹੱਥ ਵਿੱਚੋਂ ਉਹਦੇ ਪਿਤਾ ਦੀ ਉਂਗਲ ਛੁੱਟੀ, ਮੇਲੇ ਦੀਆਂ ਸਾਰੀਆਂ ਚੀਜ਼ਾਂ ਉਹਦੇ ਵਾਸਤੇ ਬਦਸੂਰਤ ਹੋ ਗਈਆਂ, ਉਹਨੂੰ ਚੰਗੀਆਂ ਨਾ ਲੱਗੀਆਂ। ਇਸ ਤਰ੍ਹਾਂ ਹੀ ਬੰਦਾ ਹੈ ਜੀਵਨ ਵਿੱਚੋਂ, ਜੇ ਕਿਤੇ ਗੁਰੂ ਦੀ ਯਾਦ ਵਿਸਰ ਜਾਏ ਤਾਂ ਬੰਦੇ ਨੂੰ ਕਈ ਵਾਰੀ ਇਹ ਸੰਸਾਰ ਬੜਾ ਬਦਸੂਰਤ ਬਦ ਸ਼ਕਲ ਲੱਗਦਾ ਹੈ। ਜਿੰਨਾ ਚਿਰ ਪਰਿਵਾਰ ਸੁਖੀ ਹੈ ਬੰਦਾ ਬੜੇ ਚਾਅ ਨਾਲ ਰਹਿੰਦਾ, ਪਰ ਜਿੱਦਣ ਜੀਵਨ ਦੇ ਵਿੱਚੋਂ ਗੁਰੂ ਦੀ ਯਾਦ ਵਿਸਰ ਜਾਏ ਬੰਦਾ ਕਹਿੰਦਾ ਕੀ ਫਾਇਦਾ ਰਹਿਣ ਦਾ। ਅੱਜ ਲੋਕ ਸੁਸਾਈਡ ਕਿਉਂ ਕਰਦੇ ਨੇ ਭਲਾ? ਅੱਕੇ ਹੋਏ ਨੇ ਨਾ ਸੰਸਾਰ ਤੋਂ, ਚੰਗੀਆਂ ਨਹੀਂ ਲੱਗਦੀਆਂ ਚੀਜ਼ਾਂ। ਜੀਵਨ ਦਾ ਕੋਈ ਮਕਸਦ ਹੀ ਨਹੀਂ, ਜੀਵਨ ਜੀਣ ਦਾ ਕੋਈ ਏਮ ਹੀ ਨਹੀਂ, ਕੋਈ ਨਿਸ਼ਾਨਾ ਹੀ ਨਹੀਂ ਜੀਵਨ ਦਾ। ਅਤੇ ਨਿਸ਼ਾਨੇ ਤੋਂ ਖੁੰਝੇ ਹੋਏ ਹਮੇਸ਼ਾ ਹੀ ਬੇਤਾਲੇ ਹੋ ਜਾਂਦੇ ਨੇ, ਉਹਨਾਂ ਦੀ ਤਾਲ ਕੋਈ ਨਹੀਂ ਰਹਿੰਦੀ। ਸਤਿਗੁਰੂ ਕਹਿੰਦੇ ਨੇ ਖਿਨਮੈ ਕੌੜੇ ਹੋਏ ਗਏ, ਖਿਨ ਵਿੱਚ ਹੀ ਕੌੜੇ ਹੋ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਭੋਗ ਰਿਹਾ ਸੀ, ਬੇਈਮਾਨੀ ਕਰਕੇ ਕਮਾਈ ਇਕੱਠੀ ਕੀਤੀ ਹੈ, ਅੱਜ ਉਸ ਥਾਂ 'ਤੇ ਆਣ ਕੇ, ਉਸ ਮੁਕਾਮ 'ਤੇ ਆਣ ਕੇ ਬੰਦਾ ਖਲੋ ਗਿਆ ਹੈ ਜਿੱਥੇ ਬੇਈਮਾਨੀ ਦੀ ਕੀਤੀ ਹੋਈ ਕਮਾਈ ਕੋਈ ਅਰਥ ਨਹੀਂ ਰੱਖਦੀ। ਜਿੱਥੇ ਬੰਦਾ ਕਹਿੰਦਾ ਮੇਰਾ ਧੀ ਪੁੱਤ ਮੈਨੂੰ ਵਾਪਸ ਕਰ ਦਿਓ, ਨਹੀਂ ਚਾਹੀਦੇ ਮੈਨੂੰ ਇੰਨੇ ਧਨ ਪਦਾਰਥ, ਨਹੀਂ ਚਾਹੀਦੀਆਂ ਮੈਨੂੰ ਇੰਨੀਆਂ ਕੋਠੀਆਂ ਕਾਰਾਂ। ਉਹਨੂੰ ਆਪਣੇ ਬਣਾਏ ਹੋਏ ਹੱਥਾਂ ਦੇ ਨਾਲ ਮਹਿਲ ਮੁਨਾਰੇ ਵੀ ਭੈੜੇ ਲੱਗਣ ਲੱਗ ਪੈਂਦੇ ਨੇ। ਬਾਦਸ਼ਾਹਾਂ ਦੇ ਨਾਲ ਹੋਇਆ ਹੀ ਹੈ। ਕਿੰਨਾ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਸੀ। ਜਦੋਂ ਬੇਈਮਾਨੀਆਂ ਬੰਦਾ ਕਰਦਾ ਹੈ, ਅੰਤਮ ਸਮੇਂ ਦੇ ਵਿੱਚ ਬੰਦਾ ਪਛਤਾਉਂਦਾ ਜ਼ਰੂਰ ਹੈ ਵੀ ਜਿੰਨਾ ਕੁਝ ਮੈਂ ਇਕੱਠਾ ਕੀਤਾ, ਜਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਮੈਂ ਬਰਬਾਦ ਕੀਤੀਆਂ ਨੇ, ਜਿੰਨੇ ਲੋਕਾਂ ਨੂੰ ਨਰਕ ਵਾਲੇ ਪਾਸੇ ਮੈਂ ਧੱਕਿਆ, ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਹਾਂ। ਉਹ ਬਣਾਇਆ ਹੋਇਆ ਸਾਰਾ ਕੁਝ ਉਹਨੂੰ ਫਿਰ ਗਲਤ ਲੱਗਣ ਲੱਗਦਾ ਹੈ। ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨੇ ਕਾਂਗੜ ਦੀ ਧਰਤੀ 'ਤੇ ਪਹੁੰਚਦੇ ਨੇ,
ਬਾਦਸ਼ਾਹ ਔਰੰਗਜ਼ੇਬ ਨੇ ਕਿੰਨੇ ਜ਼ੁਲਮ ਕੀਤੇ ਸਨ। ਸਤਿਗੁਰੂ ਨੇ ਦੀਨੇ ਕਾਂਗੜ ਦੀ ਧਰਤੀ ਤੋਂ ਇੱਕ ਚਿੱਠੀ ਲਿਖੀ ਸੀ ਔਰੰਗਜ਼ੇਬ ਨੂੰ, ਜਿਹਨੂੰ ਇਤਿਹਾਸ ਵਿੱਚ ਜ਼ਫਰਨਾਮਾ ਕਿਹਾ ਜਾਂਦਾ ਹੈ। ਜਦੋਂ ਔਰੰਗਜ਼ੇਬ ਨੂੰ ਚਿੱਠੀ ਲਿਖੀ ਤੇ ਮਹਾਰਾਜ ਨੇ ਉਹਦੇ ਵਿੱਚ ਸ਼ਬਦ ਇਹੋ ਜਿਹੇ ਲਿਖੇ, ਔਰੰਗਜ਼ੇਬ ਦੀ ਅੰਦਰੋਂ ਰੂਹ ਕੰਬ ਗਈ, ਤੋਰ ਅੰਦਰ ਤੱਕ ਤੜਫ ਉੱਠਿਆ, ਇੰਨੇ ਮਾੜੇ ਕੰਮ ਕਰ ਬੈਠਾ ਮੈਂ। ਜਿੰਨਾ ਵੀ ਉਹਦੇ ਆਲੇ ਦੁਆਲੇ ਸਾਰਾ ਬਣਿਆ ਹੋਇਆ ਸਬਜ਼ ਬਾਗ ਸੀ, ਉਹਨੂੰ ਸਾਰਾ ਭੈੜਾ ਲੱਗਣ ਲੱਗ ਪਿਆ। ਸੁਨੇਹਾ ਭੇਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਆਣ ਕੇ ਮੇਰੇ ਦਰਬਾਰ ਵਿੱਚ ਮਿਲਣ। ਮੇਰੇ ਮਨ ਵਿੱਚ ਤਾਂ ਗਿਆ ਵੀ ਮੈਂ ਉਹਨਾਂ ਨੂੰ ਮਿਲ ਸਕਾਂ। ਜਿਹੜੇ ਮਾੜੇ ਕੰਮ ਕੀਤੇ ਸਨ, ਪਛਤਾਵਾ ਤਾਂ ਹੁੰਦਾ ਹੈ ਨਾ ਇਹਨਾਂ ਸਾਰੀਆਂ ਚੀਜ਼ਾਂ ਦਾ, ਬੰਦਾ ਨਹੀਂ ਟਲ ਸਕਦਾ ਮਾੜੇ ਕੰਮਾਂ ਤੋਂ। ਸਤਿਗੁਰੂ ਕਹਿੰਦੇ ਨੇ ਖਿਨਮੈ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੈ ਰੋਜ਼। ਕਿਹਦੇ ਕੋਲ ਜਾ ਕੇ ਰੋਏਗਾ? ਵਿਚਲਾ ਵਿਚੋਲਾ ਹੁਣ ਕੁਝ ਨਹੀਂ ਕਰ ਸਕਦਾ ਇਸ ਵਿਛੋੜੇ ਦੇ ਦੁੱਖ ਨੂੰ, ਇਸ ਵਿਛੋੜੇ ਦੇ ਦੁੱਖ ਨੂੰ ਕੋਈ ਤੋੜ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਖਿਨਮੈ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੈ ਰੋਜ਼। ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਹੁਣ ਇਸ ਵਿਛੋੜੇ ਦੇ ਦੁੱਖ ਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਨੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਇਹ ਆਪ ਬਣਾਇਆ ਹੋਇਆ ਹੈ। ਤੂੰ ਮਾੜੇ ਕੰਮ ਕੀਤੇ ਸੀ, ਵਿਛੋੜੇ ਦਾ ਦੁੱਖ ਜੀਵਨ ਵਿੱਚ ਆ ਗਿਆ। ਸਤਿਗੁਰੂ ਕਹਿੰਦੇ ਨੇ ਵਡਭਾਗੀ ਮੇਰਾ ਪ੍ਰਭ ਮਿਲੈ, ਜੇ ਕਿਤੇ ਵੱਡੇ ਭਾਗਾਂ ਰਾਹੀਂ ਉਹ ਪਰਮਾਤਮਾ ਮੈਨੂੰ ਮਿਲ ਜਾਏ, ਉਹਦੇ ਨਾਲ ਮੇਰੀ ਸਾਂਝ ਬਣ ਜਾਏ, ਉਹਦੇ ਨਾਲ ਮੇਰਾ ਪਿਆਰ ਬਣ ਜਾਏ। ਕਹਿੰਦੇ ਤਾਂ ਉਤਰੈ ਸਭ ਵਿਯੋਗ, ਤਾਂ ਸਾਰੇ ਜੀਵਨ ਦੇ ਵਿੱਚੋਂ ਵਿਛੋੜੇ ਦੇ ਦੁੱਖ ਖਤਮ ਹੋ ਜਾਣਗੇ। ਜੀਵਨ ਦੇ ਵਿੱਚੋਂ ਵਿਛੋੜੇ ਦੇ ਦੁੱਖ ਜਦੋਂ ਖਤਮ ਹੋ ਗਏ, ਜਦੋਂ ਵਿਛੋੜੇ ਦਾ ਦੁੱਖ ਜੀਵਨ ਵਿੱਚੋਂ ਬਾਹਰ ਨਿਕਲ ਗਿਆ, ਉਸ ਵਕਤ ਜ਼ਿੰਦਗੀ ਸੁਖਾਲੀ ਹੋ ਜਾਏਗੀ। ਸਤਿਗੁਰੂ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਹੇ ਨਾਨਕ ਆਪਣੇ ਦਾਸ ਨੂੰ ਰੱਖ ਲੈ ਇਸ ਵਿਛੋੜੇ ਦੇ ਦੁੱਖ ਤੋਂ, ਤਾਂ ਕਿ ਵਿਛੋੜੇ ਤੋਂ ਬਾਅਦ ਪਿਆਰ ਵਾਲੀ ਪ੍ਰੀਤ, ਪਿਆਰ ਵਾਲੀ ਭਾਵਨਾ, ਪਿਆਰ ਵਾਲੀ ਤਾਂਘ ਮੇਰੇ ਜੀਵਨ ਦੇ ਵਿੱਚ ਆ ਸਕੇ। ਮਹਾਰਾਜ ਕਹਿੰਦੇ ਨੇ ਕੱਤਕ ਹੋਵੇ ਸਾਧ ਸੰਗ, ਬਿਨਸੈ ਸਭੈ ਸੋਚ। ਜੇ ਕਿਤੇ ਇਸ ਕੱਤਕ ਦੇ ਮਹੀਨੇ ਦੇ ਵਿੱਚ ਬੰਦਾ ਸਾਧ ਸੰਗਤ, ਗੁਰੂ ਦੀ ਸੰਗਤ ਕਰ ਲਵੇ, ਗੁਰੂ ਦਾ ਸੰਗ ਕਰ ਲਵੇ, ਗੁਰੂ ਦੇ ਨਾਲ ਮਿਲ ਜਾਏ, ਬਿਨਸੈ ਸਭੈ ਸੋਚ, ਸਾਰੀਆਂ ਸੋਚਾਂ ਜੀਵਨ ਵਿੱਚੋਂ ਮੁੱਕ ਜਾਂਦੀਆਂ ਨੇ, ਸਾਰਾ ਕੁਝ ਜੀਵਨ ਵਿੱਚੋਂ ਖਤਮ ਹੋ ਜਾਂਦਾ ਹੈ। ਪਰ ਹੋਣਾ ਤਾਂ ਹੈ ਜੇ ਪਰਮੇਸ਼ਰ ਦੀ ਯਾਦ ਜੀਵਨ ਵਿੱਚ ਹੋਵੇ, ਹੋਣਾ ਤਾਂ ਹੈ ਜੇ ਪਰਮਾਤਮਾ ਦਾ ਪੱਲਾ ਘੁੱਟ ਕੇ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਫੜਿਆ ਹੋਏ। ਇਹ ਚੀਜ਼ਾਂ ਤਾਂ ਹੀ ਹੁੰਦੀਆਂ ਨੇ, ਨਹੀਂ ਤੇ ਜੀਵਨ ਦੇ ਵਿੱਚ ਵਿਛੋੜੇ ਦਾ ਦੁੱਖ ਲੱਗਦਾ ਹੈ, ਅੱਖਾਂ ਦਾ ਰੋਗ ਲੱਗਦਾ ਹੈ, ਤਰ੍ਹਾਂ ਤਰ੍ਹਾਂ ਦੇ ਦੁੱਖਾਂ ਦੇ ਨਾਲ ਬੰਦਾ ਆਪਣੇ ਜੀਵਨ ਦੇ ਵਿੱਚ ਪਰੇਸ਼ਾਨ ਰਹਿੰਦਾ ਹੈ। ਸਮੁੱਚੀ ਪੌੜੀ ਦਾ ਭਾਵ ਇਹ ਹੈ, ਸਤਿਗੁਰੂ ਕਹਿੰਦੇ ਨੇ ਪਰਮੇਸ਼ਰ ਦੀ ਯਾਦ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਗੁਰੂ ਦੇ ਨਾਲ ਮਿਲਿਆ ਜਾ ਸਕਦਾ ਹੈ। ਇਹੀ ਗੁਰੂ ਦੇ ਨਾਲ ਮਿਲਣ ਦਾ ਸਭ ਤੋਂ ਸਹੀ ਤੇ ਸਭ ਤੋਂ ਸੁਖਾਲਾ ਰਸਤਾ ਹੈ। ਅਸੀਂ ਵੀ ਸਾਰੇ ਇਸ ਕੱਤਕ ਦੇ ਮਹੀਨੇ ਦੇ ਵਿੱਚ ਇਹਨੂੰ ਆਧਾਰ ਬਣਾ ਕੇ ਆਪਣੇ ਜੀਵਨ ਦੇ ਵਿੱਚ ਗੁਰੂ ਵਾਲੀ ਯਾਦ ਨੂੰ ਲੈ ਕੇ ਆਈਏ। ਕੋਸ਼ਿਸ਼ ਕਰੀਏ ਆਪ ਗੁਰਬਾਣੀ ਪੜ੍ਹੀਏ, ਆਪ ਬਾਣੀ ਦਾ ਪਾਠ ਪੜ੍ਹੀਏ, ਤਾਂ ਕਿ ਸਾਨੂੰ ਗੁਰਬਾਣੀ ਦੀ ਸਮਝ ਲੱਗ ਸਕੇ।